ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਜਿੰਨੇ ਵੀ ਅਸੀਂ ਸਰੀਰਧਾਰੀ ਲੋਕ ਮਾਨਸ ਜਨਮ ਬਤੀਤ ਕਰ ਰਹੇ ਹਾਂ, ਪਾਤਸ਼ਾਹ ਨੇ ਬਹੁਤ ਸਰਲ ਤਰੀਕੇ ਨਾਲ ਪਰਮਾਰਥ ਦਾ ਰਸਤਾ ਸਮਝਾਇਆ। ਕਿਉਂਕਿ ਤਿੰਨ ਤਰ੍ਹਾਂ ਦੀ ਪਿਆਸ ਹੈ, ਤਿੰਨ ਤਰ੍ਹਾਂ ਦੀ ਤ੍ਰਿਸ਼ਨਾ ਹੈ, ਇੱਕ ਮਨ ਦੀ, ਇੱਕ ਤਨ ਦੀ, ਇੱਕ ਆਤਮਾ ਦੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਭਾਈ ਇੱਕ ਨਹੀਂ ਅਨੇਕਾਂ ਹੀ ਜਨਮ ਲੰਘੇ, ਇਹ ਮਨੁੱਖ ਤੇਰੇ ਮਨ ਔਰ ਤਨ ਦੀ ਤ੍ਰਿਸ਼ਨਾ ਖਤਮ ਨਹੀਂ ਹੋਈ। ਆਤਮਾ ਦੀ ਤ੍ਰਿਸ਼ਨਾ ਅੰਦਰ ਪਿਆਸ ਪੈਦਾ ਹੀ ਨਹੀਂ ਹੋਈ, ਕਿਉਂਕਿ ਮਨ ਤੇ ਤਨ ਦੀਆਂ ਤ੍ਰਿਸ਼ਨਾਵਾਂ ਜਿਹੜੀਆਂ ਹਨ, ਇਛਾਵਾਂ ਜਿਹੜੀਆਂ ਹਨ, ਉਹ ਕਈ ਜਨਮਾਂ ਤੋਂ ਪੂਰੀਆਂ ਨਹੀਂ ਹੋਈਆਂ। ਸੰਸਾਰ ਦੇ ਅੰਦਰ ਜਿਹੜੇ ਮਨ ਦੇ ਰਸ ਹਨ, ਸਾਧ ਸੰਗਤ, ਜਿਵੇਂ ਜਿਵੇਂ ਆਪਾਂ ਮਨ ਤੇ ਤਨ ਦੇ ਰਸ ਭੋਗ ਰਹੇ ਹਾਂ, ਤਿਵੇਂ ਤਿਵੇਂ ਇਸ ਦੀ ਪਿਆਸ ਤ੍ਰਿਸ਼ਨਾ ਹੋਰ ਵੱਧਦੀ ਹੈ। ਨਾ ਮਨ ਰੱਜਦਾ ਹੈ, ਨਾ ਮਨੁੱਖ ਦੇ ਤਨ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ। ਸਤਿਗੁਰਾਂ ਬਾਣੀ ਅੰਦਰ ਜ਼ਿਕਰ ਕੀਤਾ, ਜਦੋਂ ਤਨ ਦੀ ਤ੍ਰਿਸ਼ਨਾ ਦੀ ਗੱਲ ਕਹੀ, ਉਦੋਂ ਮਹਾਰਾਜ ਕਹਿੰਦੇ ਨੇ, ਅੱਖੀਂ ਦੇਖ ਨਾ ਰੱਜੀਆਂ ਵੋ ਰੰਗ ਤਮਾਸ਼ੇ, ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨੇ ਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਤੇ ਜਦੋਂ ਮਹਾਰਾਜ ਜੀ ਕੰਨਾਂ ਨੂੰ ਸਮਝਾਉਣਗੇ, ਉਦੋਂ ਤਨ ਦੀ ਤ੍ਰਿਸ਼ਨਾ ਨੂੰ ਕਹਿੰਦੇ, ਸਰਵਣੋ ਮੇਰਿਓ ਸੱਚੈ ਸੁਣਨੇ ਨੋ ਪਠਾਏ, ਸੱਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਰਸਨਾ ਨੂੰ ਕਹੇ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਸਰੀਰਕ ਇੰਦਰੀਆਂ ਦੀ ਪਿਆਸ ਨਹੀਂ ਬੁਝਦੀ। ਸੰਸਾਰ ਦੇ ਅੰਦਰ ਮਨੁੱਖ ਬਹੁਤ ਵਿਰਧ ਹੋ ਜਾਏ ਤਾਂ ਵੀ ਸਾਧ ਸੰਗਤ ਕਦੇ ਬੰਦੇ ਨੇ ਇਹ ਨਹੀਂ ਕਿਹਾ ਵੀ ਭਾਈ ਹੁਣ 50-60 ਸਾਲ ਹੋ ਗਏ ਦੁਨੀਆ ਵੇਖਦਿਆਂ ਨੂੰ, ਹੁਣ ਮੈਂ ਵੇਖਣਾ ਬੰਦ ਹੀ ਕਰ ਦਿੱਤਾ। 50-60 ਸਾਲ ਹੋ ਗਏ ਦੁਨਿਆਵੀ ਗੱਲਾਂ ਕਰਦਿਆਂ ਨੂੰ, ਹੁਣ ਬੋਲਣਾ ਹੀ ਬੰਦ ਕਰ ਦੇਣਾ। 50-60 ਸਾਲ ਦੀ ਉਮਰ ਹੋ ਗਈ, 70 ਸਾਲ ਦੀ ਉਮਰ ਹੋ ਗਈ, ਦੁਨੀਆ ਦੀਆਂ ਗੱਲਾਂ ਸੁਣਦਿਆਂ ਹੁਣ ਕੰਨ ਬੰਦ ਕਰ ਦੇਣਾ। ਕਿਉਂਕਿ ਤਨ ਤੇ ਮਨ ਦਾ ਬਹੁਤ ਗਹਿਰਾ ਸੰਬੰਧ ਹੈ। ਮਨ ਦੇ ਅੰਦਰ ਤ੍ਰਿਸ਼ਨਾਵਾਂ ਮੁੱਕਦੀਆਂ ਨਹੀਂ ਹੈ। ਜਦੋਂ ਮਹਾਰਾਜ ਨੇ ਮਨ ਦੇ ਰਸ ਦੀ ਗੱਲ ਕਹੀ, ਉਦੋਂ ਮਹਾਰਾਜ ਨੇ ਕਿਹਾ, ਮਨ ਸੁੱਤਾ ਮਾਇਆ ਵਿਸਮਾਦ। ਇਹ ਦੁਨਿਆਵੀ ਰਸਾਂ ਵਿੱਚ ਬਹੁਤ ਗਹਿਰੀ ਨੀਂਦ ਵਿੱਚ ਸੌਂ ਗਿਆ। ਜਿੰਨੇ ਰਸ ਆਪਾਂ ਭੋਗਦੇ ਹਾਂ, ਉਨੀ ਤ੍ਰਿਸ਼ਨਾ ਹੋਰ ਵੱਧਦੀ ਹੈ। ਅਖੀਰ ਮਨੁੱਖ ਦੀਆਂ ਇਛਾਵਾਂ ਰਹਿ ਜਾਂਦੀਆਂ ਨੇ, ਰਸ ਰਹਿ ਜਾਂਦੇ ਨੇ, ਸਰੀਰ ਮੁੱਕ ਜਾਂਦਾ ਹੈ, ਇਹਨੂੰ ਫਿਰ ਜਨਮ ਲੈਣਾ ਪੈਂਦਾ। ਇੱਦਾਂ ਵਾਰ-ਵਾਰ ਇਸ ਧਰਤੀ 'ਤੇ ਆਪਣਾ ਜਨਮ ਹੋ ਰਿਹਾ। ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਮਹਾਰਾਜ ਤੋਂ ਬਾਣੀ ਅੰਦਰ ਪੁੱਛੀਏ, ਮਹਾਰਾਜ ਜੀ ਇਹ ਜਨਮ ਕਿਉਂ ਹੁੰਦਾ ਵਾਰ-ਵਾਰ? ਕਹਿੰਦੇ, ਭਾਈ ਤੂੰ ਸੰਸਾਰ ਦੇ ਅੰਦਰ ਰਸ ਭੋਗਦਿਆਂ ਮਰ ਗਿਆ, ਤੇਰੇ ਰਸ ਮੁੱਕਾ ਹੀ ਨਹੀਂ ਹੈ। ਅੰਤ ਤ੍ਰਿਸ਼ਨਾ ਫਿਰ ਮਨ ਵਿੱਚ ਰਹਿ ਗਈ। ਤੇਰੀ ਸੁਰਤ, ਤੇਰਾ ਮਨ, ਤੇਰੇ ਫੁਰਨੇ, ਇਹ ਸਭ ਕੁਝ ਸੰਸਾਰ ਦੇ ਰਸਾਂ ਵਿੱਚ ਰਹਿ ਗਏ। ਜਦੋਂ ਉਹ ਰਸਾਂ ਵਿੱਚ ਰਹਿ ਗਏ ਤਾਂ ਵਾਰ-ਵਾਰ ਫਿਰ ਧਰਤੀ 'ਤੇ ਜਨਮ ਹੋਇਆ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਜਦੋਂ ਮਹਾਰਾਜ ਜੀ ਨੇ ਰਸਾਂ ਦੀ ਗੱਲ ਕਹੀ, ਉਦੋਂ ਕਹਿੰਦੇ, ਭਾਈ ਅੰਤ ਕਾਲ, ਇਹ ਜਿਹੜਾ ਮਾਨਸ ਜਨਮ ਮਿਲਿਆ, ਤੇਰਾ ਸਿਮਰਨ ਪਤਾ ਕਿਹੜੀ ਚੀਜ਼ ਦਾ ਰਿਹਾ? ਦੁਨਿਆਵੀ ਧਨ ਦੌਲਤ, ਪੁੱਤਰ ਧੀਆਂ, ਘਰ-ਵਾਰ, ਸਾਰੀ ਉਮਰ ਇਹਦੇ ਰਸਾਂ ਵਿੱਚ ਹੀ ਫਸਿਆ ਰਿਹਾ।
अपना घर परिवार पुत्र धीआं बच्चे पत्नी पैसा बस ये विच ही सुरत रही तेरी। और इसलिए बार बार जन्म हो रहा, जुग जुग मेर शरीर का वाशना वधा आवे जावे, फिर फेर बटाई है। बार बार जम जम मरे मरे फिर जमे, फिर फेर बटाई है। शरीर बदल रहा है फिर आ रहा। इत्थों तक महाराज ने हकीकत बयान की, तुसीं हैरान होवोगे। कईयां जन्मां विच आपां बच्चों के माँ प्यो बने, तो कई जन्मां में साडे बच्चे साडे माँ प्यो बने ने। ये कई जन्मां तो लेखा हिसाब चल रहा एक दूजे, हिसाब किताब रह जाता है, उन्होंने फिर जन्म लेना पैंदा है। ਉਹਦੇ घर में जन्म लैके हिसाब पूरा करता है, फिर मर जाता है, फिर उन्होंने हिसाब देना पैंदा है। इस तरह महाराज ने कहा भाई ये लिखे की खेड है, कित्तियां के बाप कित्ते फुन बेटे हुए। कई जन्मां में तू माँ प्यो बने, कई जन्मां में ये तेरे माँ प्यो बने ने, हिसाब देने वाला पे। फिर ये तो लिखा हिसाब मुक ही नहीं सकता, क्योंकि कोई बंदा परफेक्ट नहीं है, सारी दुनिया इम्परफेक्ट है। कोई ना कोई घाट रह जाएगी, कोई ना कोई लेखा हिसाब रह जाएगा। इदां दा जन्म बार बार फिर इत्ते मुक्केगा ही नहीं हिसाब। ताइयों साध संगत सतगुरु बाणी अंदर क्या बहुत जन्म, एक नहीं बहुत जन्म विछरे थे माधो। इनू कहणगे कई जन्म पै कीट पतंगा। सुखमनी साहब अंदर महाराज ने करोड़ां जन्म कहे, एक नहीं करोड़ां जन्म कीड़ियां पतंगियां दे हुंदे रहे। जदों वो हिसाब मुक्या फिर तेरी जून बदली अगे। सतगुरु सच्चे पातशाह ने फिर बाणी अंदर बहुत सरल कर दिता। कहते भाई मन की प्यास बुझे रसानी, तन की तृष्णा बुझे, तेरे अंदर आत्मा की तृष्णा जागे। आत्म की तृष्णा की है? अकाल पुरख वाहिगुरु का नाम। आत्मा की इच्छा है परमात्मा, वो तो पैदा ही नहीं होंगी, उसकी तो वारी ही 3 नंबर पर आती है। मन के रस ही नहीं मुक रहे, मन दीयां इच्छावां खत्म नहीं हो रही। इसलिए कदे कदे तुसीं बाणी पढ़ो, गुरुद्वारे आओ, तुहानूं जदों सुकून प्राप्त होवे, वो साध संगत मन ते तन का नहीं है, वो कदे आत्मा का संपर्क परमात्मा के नाम नाल होया तो तुहानूं फिर सुकून प्राप्त होता। और वो बहुत रीयल केस है, किसी विरलिਆਂ ਨੂੰ बहुत दिनों तो बहुत महीनों सालों तो बाद किसी भागां वाले ਨੂੰ आउंदा। नहीं तो उंज आपां कई बार फॉर्मैलिटी विच नितनेम कर रहे, तुसीं भी कर रहे हो, मैं भी पढ़ रहा। उसनूं फिर महाराज कहणगे पाठ पढ़िओ और वेद विचारिओ, निवल भयंगम साधे पंच जना स्यों संग न छुट गयो। अद कहाँ बुध बद्धे प्यारे, इन विद मिलन न जाई, मैं किए कर्म अनेका। हुण फिर की होना चाहिए? सतगुरु बहुत सरल तरीका फिर दस्या। कहते भाई एक रस तैनूं मिल जाए, उहदे विच ना सारे ही रस दुनिया दे आ जाणगे। ना तो तैनूं मन छड्डना पैना, ना तन छड्डना पैना। एक रस जे तैनूं आउण लग जाए ना, उहदे विच दुनिया दे तमाम रस पूरे हो जाणगे। महाराज जी वो रस का सतगुरु कहा जिहदे विच सभे थोक, थोक का अर्थ होंदा कोई चीज़ रह ना जावे, जिहदे विच बहुत रजमा रस मिले। कई बार तुसीं वेखोगे साध संगत दुकानां ते लिखिया हुंदा थोक दी दुकान, उत्थे समान रिटेल विच नहीं मिलदा तुहानूं। इदां महाराज ने कहा भाई अकाल पुरख रब दा नाम ही एक थोक है, सभे थोक प्राप्ते जे आवे एक हथ। जे किते एक तेरे हथ विच आ जाए ना अकाल पुरख वाहिगुरु दा नाम तू जपन लग जाए सुरत करके आत्मा करके, तो भाई फिर तो सभे थोक तेरा मन भी रज जाना, तन की तृष्णा भी बुझ जानी, फिर मन दे रस भी मुक जाना। उन्होंने महाराज ने कहा ये रस पिया ओह रस आवा। भाई जदों संसार के रस छड्डे तो वो रस फिर आना शुरू होया। जदों उस रस नूं पीता उस तो बाद की होया, ये रस नहीं भावा, आह तन ते मन के रस जिहड़े सन ये फिर चंगे लगणों हट गए। फिर कहना नहीं पैंदा कि भाई आ फिल्मां नाटकां विच की रखे है, गाणियां विच की रखे है, उन्होंने रस आउणा ही बंद हो जाता। ਉਹਦੇ सामने लगा होवे रस नहीं आउंदा, ਉਹਦਾ फिर मन करता भाई शब्द कीर्तन किते लाओ।
ਤੁਸੀਂ ਬਹੁਤ ਲੋਕ ਵੇਖੋਗੇ ਜਿਹੜੇ 3-3 4-4 ਘੰਟੇ ਡਰਾਈਵ ਕਰਦੇ ਆ, ਦੁਨਿਆਵੀ ਗੱਲਾਂ ਗੀਤ ਜਾਂ ਹੋਰ ਕੁਝ ਲਾਈ ਰੱਖਦੇ। ਕੁਝ ਐਸੇ ਗੁਰਮੁਖ ਨੇ ਜਿਨ੍ਹਾਂ ਨੂੰ ਕੀਰਤਨ ਤੋਂ ਬਗੈਰ ਆਨੰਦ ਹੀ ਨਹੀਂ ਆਉਂਦਾ। ਉਹ ਸ਼ਬਦ ਕੀਰਤਨ ਲਾਉਣਗੇ ਭਾਵੇਂ 6-6 ਘੰਟੇ ਡਰਾਈਵ ਹੋਈ ਜਾਏ। ਮੈਂ ਬਾਹਰ ਅਮਰੀਕਾ ਵਿੱਚ ਵੇਖਿਆ ਇੱਕ ਸੱਜਣ, ਬਹੁਤ ਗੁਰਮੁਖ, ਸਾਰਾ ਪਰਿਵਾਰ ਅੰਮ੍ਰਿਤਧਾਰੀ, ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕੀ ਕਰਦੇ ਹੋ? ਉਹਨਾਂ ਨੇ ਟਰੱਕ ਪਾਏ ਨੇ 2, ਉਹ ਖੁਦ ਸਰਦਾਰ ਜੀ ਸਿੰਘ ਸਾਹਿਬ ਡਰਾਈਵਰੀ ਕਰਦੇ ਨੇ। ਤਾਂ ਸਾਧ ਸੰਗਤ ਤੋਂ ਸੈਕਰਾਮੈਂਟੋ ਤੋਂ ਟਰੱਕ ਲੈ ਕੇ ਚੱਲਦਾ ਹੈ ਤੇ ਇੱਧਰ ਕੈਨੇਡਾ ਦੇ ਬਾਰਡਰ ਤੇ BC ਵਿੱਚ ਆਉਂਦਾ। ਤਾਂ 7 ਦਿਨ ਉਹਨੂੰ ਲੱਗਦੇ ਨੇ, ਇੱਕ ਪਾਸੇ ਆਉਣ ਨੂੰ 7 ਦਿਨ। 7 ਦਿਨਾਂ ਬਾਅਦ ਇੱਧਰੋਂ ਲੋਡ ਚੁੱਕਣਾ ਤੇ ਵਾਪਸ ਅਮਰੀਕਾ, ਫਿਰ ਉਹਨੇ ਸੈਕਰਾਮੈਂਟੋ ਸਟਾਕਟਨ ਪਹੁੰਚ ਜਾਣਾ, ਕੈਲੀਫੋਰਨੀਆ। 7 ਦਿਨ ਜਾਣ ਨੂੰ, 7 ਦਿਨ ਆਉਣ ਨੂੰ। ਤੇ ਜਦੋਂ ਉਹ ਘਰੋਂ ਤੁਰਦਾ ਸਾਧ ਸੰਗਤ, ਜਿੱਦਣ ਲੋਡ ਚੱਕਣਾ ਹੁੰਦਾ ਤਾਂ ਬੜੀ ਹੈਰਾਨਗੀ ਹੋਈ ਤੇ ਮੈਨੂੰ ਖੁਸ਼ੀ ਵੀ ਹੋਈ। ਇਸ ਤਰ੍ਹਾਂ ਦੇ ਵੀ ਗੁਰਮੁਖ ਵਸਦੇ ਨੇ ਭਾਈ। ਉਹ ਘਰੋਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਤਾਂ ਸਹਿਜ ਪਾਠ ਆਰੰਭ ਕਰ ਲੈਂਦਾ। ਉਹ ਵੀ ਜਦੋਂ ਅਸੀਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਏ, ਉਦੋਂ ਉਹਨੇ ਸਹਿਜ ਪਾਠ ਆਰੰਭ ਕਰਵਾਇਆ ਤੇ ਕਹਿੰਦਾ ਮੈਂ ਗੇੜੇ ਤੇ ਜਾਣਾ ਭਾਈ ਸਾਹਿਬ, 14 ਦਿਨਾਂ ਬਾਅਦ ਮੁੜਨਾ। ਮੈਂ ਉਹਨੂੰ ਕਿਹਾ ਸਹਿਜ ਪਾਠ ਕਰੋਗੇ ਕਿਵੇਂ? ਕਹਿੰਦਾ ਭਾਈ ਸਾਹਿਬ ਜੀ, ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਘਰੋਂ ਤੁਰਨ ਲੱਗਿਆਂ ਕੇਸੀ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਸਹਿਜ ਪਾਠ ਆਰੰਭ ਕਰ ਲਈਦਾ ਤੇ ਟਰੱਕ ਦੇ ਅੰਦਰ ਮੇਰੇ ਸਹਿਜ ਪਾਠ ਹੀ ਚੱਲਣਾ 7 ਦਿਨ। ਫਿਰ 7 ਦਿਨ ਮੈਂ ਸਹਿਜ ਪਾਠ ਸੁਣਨਾ ਤੇ ਭਾਈ ਸਾਹਿਬ ਜੀ 700 ਅੰਗ ਮੇਰਾ 7 ਦਿਨਾਂ ਵਿੱਚ BC ਪਹੁੰਚਦਿਆਂ ਹੋ ਜਾਂਦਾ। ਉੱਥੇ ਫਿਰ BC ਵਿੱਚ ਮੈਂ ਕਿਸੇ ਵੀ ਗੁਰਦੁਆਰੇ ਜਿਹੜਾ ਨੇੜੇ ਪਵੇ, ਕਿਉਂਕਿ ਇੱਕ ਦਿਨ ਰਹਿਣਾ ਹੁੰਦਾ, ਲੋਡ ਲੈਣਾ, ਫਿਰ ਲੋਡ ਉੱਥੋਂ ਚੱਕਣਾ, ਤਾਂ ਕਹਿੰਦਾ ਉਸ ਗੁਰਦੁਆਰੇ ਜਾ ਕੇ ਅਰਦਾਸ ਕਰਾ ਦੇਈਦੀ ਹੈ, ਜੇ ਹੋਵੇ ਤਾਂ ਕੜਾਹ ਪ੍ਰਸ਼ਾਦੀ ਦੇਗ ਕਰਾ ਦੇਣੀ। ਉੱਥੋਂ ਵਾਪਸ ਫਿਰ 700 ਅੰਗ ਤੋਂ ਫਿਰ ਸ਼ੁਰੂ ਹੋ ਜਾਈਦਾ। ਤੇ ਕਹਿੰਦਾ ਭਾਈ ਸਾਹਿਬ ਘਰ ਆਉਂਦੇ ਆ 7ਵੇਂ ਦਿਨ ਭੋਗ ਪੈ ਜਾਂਦਾ, ਘਰ ਆ ਕੇ ਭੋਗ ਪਾ ਲਈਦਾ, ਨਾਲੇ ਕੜਾਹ ਪ੍ਰਸ਼ਾਦੀ ਦੇਗ ਬਣਾ ਲੈਂਦਾ। ਵਾਹ ਗੁਰਸਿੱਖੋ, ਤੁਸੀਂ ਕਿਰਤ ਵੀ ਕਰ ਰਹੇ ਹੋ, 15 ਦਿਨ ਦੀ ਕਿਰਤ ਵੀ ਕੀਤੀ। ਸਾਧ ਸੰਗਤ 15 ਦਿਨਾਂ ਵਿੱਚ ਦੁਨਿਆਵੀ ਗੱਲਾਂ, ਗੀਤ, ਫਿਲਮਾਂ, ਗਾਣੇ ਨਹੀਂ ਸੁਣੇ। ਉਹਨੇ 14-15 ਦਿਨ ਦੇ ਗੇੜੇ ਵਿੱਚ ਇੱਕ ਸਹਿਜ ਪਾਠ ਕਰ ਲਿਆ। ਤਾਂ ਸਾਧ ਸੰਗਤ ਦੇਖੋ ਕਿੰਨੀ ਵੱਡੀ ਬਖਸ਼ਿਸ਼ ਹੈ। ਜਿਨ੍ਹਾਂ ਨੂੰ ਉਹ ਰਸ ਆਉਣ ਲੱਗ ਜਾਏ, ਉਹਨਾਂ ਨੂੰ ਦੁਨੀਆ ਦੇ ਰਸ ਭੁੱਲ ਜਾਂਦੇ ਨੇ। ਇੱਥੇ ਤਾਂ ਮਾਫ ਕਰਿਓ, ਕਈ ਵਾਰ ਹੁਣ ਇਹਨਾਂ ਦਿਨਾਂ ਵਿੱਚ ਰਹਿਰਾਸ ਦਾ ਪਾਠ ਦਰਬਾਰ ਸਾਹਿਬ ਤੋਂ ਲੇਟ ਆਉਂਦਾ, ਕਿਉਂਕਿ ਦਿਨ ਦੇ ਹਿਸਾਬ ਨਾਲ ਹੈ। ਤਾਂ ਕਈ ਬੰਦੇ ਤਾਂ ਇਸ ਇੰਤਜ਼ਾਰ ਵਿੱਚ ਰਹਿੰਦੇ ਨੇ ਵੀ ਕਦੋਂ ਭਾਈ ਸਾਹਿਬ ਕਹਿਣ ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਰਹਿਰਾਸ ਸਾਹਿਬ ਸਮਾਪਤ ਹੋਵੇ, ਅਸੀਂ ਦੂਜੇ ਪਾਸੇ ਨਾਟਕ ਲਾਈਏ, ਕਿਤੇ ਲੰਘ ਨਾ ਜਾਵੇ। ਕਿਉਂ? ਸੀਰੀਅਲ ਲੰਘ ਜਾਣਾ ਹੈ। ਧਿਆਨ ਉਹਦੇ ਵਿੱਚ ਰਹਿੰਦੇ ਵੀ ਉਹ 8:15 ਹੋ ਗਏ, ਉੱਧਰੋਂ ਨਾਟਕ 15 ਮਿੰਟ ਦਾ ਲੰਘ ਗਿਆ, ਇਹਦਾ ਮਤਲਬ ਦੁਨਿਆਵੀ ਰਸ ਆ ਰਿਹਾ। ਉਹਦੇ ਵਾਸਤੇ ਫਿਰ ਪਾਤਸ਼ਾਹ ਨੇ ਸਾਨੂੰ ਬਚਨ ਕਿਹਾ, ਭਾਈ ਗੁਰੂ ਦੇ ਸਿੱਖੋ, ਤੁਹਾਡੇ ਮਨ ਦੇ ਤੇ ਤਨ ਦੇ ਰਸ ਮਿਟ ਜਾਣ, ਆਤਮਾ ਦਾ ਰਸ ਆਉਣ ਲੱਗ ਜਾਏ, ਫਿਰ ਇੱਕ ਕੰਮ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਪਰਾਪੂਰਬਲਾ ਨਾਮ ਜਪ। ਪਰਾਪੂਰਬਲਾ ਸਾਡੇ ਉੱਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਮਹਾਰਾਜ। ਅਕਾਲ ਪੁਰਖ ਰੱਬ ਦੇ ਅਨੇਕਾਂ ਹੀ ਨਾਮ ਨੇ, ਪਰ ਜਿੰਨੇ ਨਾਮ ਨੇ ਕਿਰਤਮ ਨਾਮ ਨੇ। ਕਿਸੇ ਕੰਮ ਕਰਕੇ ਕਿਸੇ ਨੇ ਸਿਮਰਿਆ, ਉਹਦਾ ਕਾਰਜ ਪੂਰਾ ਹੋ ਗਿਆ, ਉਹਨੇ ਧਰਤੀ ਉੱਤੇ ਉਹਦਾ ਨਾਮ ਰੱਖ ਲਿਆ ਰੱਬ ਦਾ। ਉਹਦੇ ਅਨੇਕਾਂ ਨਾਮ ਨੇ, ਗੋਪਾਲ, ਬੀਠਲ, ਧਰਨੀ, ਧਰ, ਨਾਰਾਇਣ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਰੇ ਨਾਮਾਂ ਨਾਲੋਂ ਪੰਚਮ ਪਾਤਸ਼ਾਹ ਨੇ ਫਿਰ ਬਚਨ ਕਿਹਾ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਮਹਾਰਾਜ ਜੀ ਇਸ ਸਤਨਾਮ ਨਾਲ ਕੀ ਹੋਣਾ? ਇਸੇ ਲਈ ਸਾਨੂੰ ਪਾਤਸ਼ਾਹ ਨੇ ਕਿਹਾ, ਭਾਈ ਦਿਨ ਵਿੱਚ ਜਦੋਂ ਵੀ ਵਕਤ ਲਵੇ ਜਪ ਲਿਆ ਕਰ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਪੂਰਬਲਾ ਪਰਾ ਪੂਰਬਲਾ ਨਾਮ ਜਪ। ਜਦੋਂ ਤੁਸੀਂ ਮੂਲ ਮੰਤਰ ਦਾ ਅਭਿਆਸ ਕਰੋਗੇ, ਉਹਦੇ ਵਿੱਚ ਪਹਿਲਾਂ ਸ਼ਬਦ ਹੀ ਇਹ ਆਉਣਾ, ਇੱਕ ਓੰਕਾਰ ਸਤਨਾਮ। ਆਖੋ ਇੱਕ ਓੰਕਾਰ ਸਤਨਾਮ ਤੇਰਾ ਪਰਾ ਪੂਰਬਲਾ। ਮਹਾਰਾਜ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ, ਮਨ ਦੇ ਰਸ ਵੀ ਮਿਟ ਜਾਣ,
तन दे रस भी पूरे हो जान, क्योंकि साध संगत खत्म नहीं हो सकते। कोई बंदा कहे ना कि तृष्णा खत्म हो जाती है, तृष्णा बुझदी है वो कद नाल? अकाल पुरख वाहिगुरू जी के नाम नाल। उन्होंने जड़ों तुसीं कहो मैं खत्म ही कर देते सारे रस, पातशाह ने कहा भाई तेरी प्यास बुझ जाएगी, तृष्णा तेरी बुझ जाएगी काहदे नाल? हुण बुझण दा अर्थ पता की? किसी बंदे नूं प्यास लगी है, उन्होंने पानी पिला दिता, वो कहना प्यास बुझ गई, पर वो कुछ घंटियां बाद प्यास फिर लगन की संभावना है, लगनी है प्यास। प्यास लगनी शरीर की लोड़ है पानी की। भोजन खादा है, भुख लगी है, फिर उन्होंने पुछो, कहना भुख बुझ गई, हुण खा लिया जी भोजन, उस तो बाद 6-8 घंटे बाद फिर भुख लगनी। सतगुरां कहे भाई तृष्णा फिर लगन की संभावना है। जिस चीज़ नाल तृष्णा बुझनी है, आ मैं तेनों दसां तेरियां सब इच्छावां पूरियां हो जाणगियां, तृष्णा बुझ जाएगी। तू हर रोज़ अकाल पुरख वाहिगुरू दा सच्चा नाम जप, उठदियां बहिंदियां तुरदियां फिरदियां जप। उस तो पहला निता प्रति अभ्यास कर वाहिगुरू दे नाम दा, रोज़ जपिया कर सतनाम श्री वाहिगुरू वाहिगुरू वाहिगुरू। पातशाह का बचन पढ़ो, कई बार हुक्मनामा बख्शिश करते हैं। हजूर कहते इच्छा पूरक पढ़ो, इच्छा पूरक सर्व सुख दाता हर। अकाल पुरख रब सब सुख देने वाला, सारियां इच्छावां पूरियां करने की समर्था रख, पर उसदा नाम तेनू जपना पैना। सब इच्छावां पूरियां जिहड़े काम आपां कर रहे हैं साध संगत, उहदे नाल इच्छा नहीं पूरी हो सकती। जे आप संसारी तौर पर कही ना पहला रज के पैसा ही कमा लीए, फिर इच्छा मिट जानी, नहीं मिटेगी कदे भी। तुहानूं होर चिंतावां पुत्र धीआं बच्चों दीआं व्यापण लग पैणगियां। जिवें जिवें उम्र वधेगी, शरीर के रोग, परिवार दीआं चिंतावां ये वधदियां जाणगियां। एक वक्त आउंदा जदों बंदा बच्चों तो दुखी होण लग पैंदा। एक वक्त है जिथे तुहाडे बच्चे तुहाडे कहने में चलते हैं, एक वक्त आउंदा जिथे वो कहने तो बाहर हो जाण। तुसीं हैरान होवोगे, आपां भी उस स्टेज चों उमरां चों लंघे हो तुसीं। एक वक्त है जिथे तुहाडी खरीदी हुई शर्ट तुसीं टी शर्ट बच्चे नूं लिया दित्ती, वो बहुत खुश होया। एक समा आउणा जिथे तुसीं लिया के देनी है, भावें 500 700 1000 1200 दी होवे, उहने रद्द कर देनी। ये तां जमाना ही नहीं है, हुण एक ही चक लिआंदा। उदों तुसीं कह नहीं सकते धक्के नाल वे इहो भाव। जिहड़ी उम्र वे सी वो लंघ गई। उस वक्त इस तरह संसार वध है। पातशाह ने बचन कह पाए, सब चिंतावां तो तू बच सकदा है। ਉਹਦੇ वास्ते तेनू नाम का आसरा लेना पैना। संसार के रसा ने स्वादा ने तेनू दुखी करना। इसलिए महाराज कहते इच्छा पूरक सर्व सुख दाता हर, जाके वस है काम तिन सो ऐसा हर ध्याई है मेरे जीअड़े, तां सर्व सुख पावे मेरे। महाराज जी किनू ध्याउणा है? कहते जप मन सतनाम सदा सतनाम, हलत पलत मुख उजल होई है, नित ध्याई है हर पुरख निरंजना। नित एवरी डे हर रोज तेनू अभ्यास करना पैना। भावें 5 मिनट का अभ्यास रखो, अभ्यास जरूर रखो। जे अभ्यास नहीं सिमरन का तो साध संगत आप रुल सकते हैं, खाली हो जाएंगे। सतगुर सच्चे पातशाह ने बचन कहे, भाई नाम फिर तेनू सब इच्छावां पूरियां करेगा। महाराज जी पहली लोड़ तो शरीर की है। बंदा चाहता लोड़ां भी पूरियां होण ते दुख भी हट जाए। सतगुरां क्यों भी हटेगा। दूजी जरूरत मन की है, मन के अंदर वो चीज़ां पैदा होंदियां ने। फिर पातशाह ने बचन कहे, भाई मन भी शांत होण लग जाएगा। महाराज फिर उस तो बाद कहें जे तू नाम जपिया, सब तो बड़मुल्ली गल यह है, तन ते मन तो उपर आत्मा काम करदा है। आत्मा नूं शब्द की प्यास लगन लग जाएगी। ये सब तो वड्डी गल है। जदों प्यास पैदा हो गई उदों फिर तेरे अंदर विराग पैदा होना है। उस विराग ते प्यास करके सारे रस मरन लग जाएंगे। उन्हां रसां की मौत होण लग जाए।
शब्द का अभ्यास तो तुहाडे विच कई रूहां करदियां ने। और साध संगत तो शब्द तो इस तरह है जिवें किसी नलकी भट्ठी के अंदर अग नहीं बाल देंदे उधर दे अंदर। जिवें जिवें अभ्यास करोगे तुहाडा आ सुआस हिरदे का गर्म हुंदा जांदा है। ये बहुत नब्बी तो लैके साध संगत मूला धार तक अंदर असर करता है जे शब्द का अभ्यास किया जाए। और जदों उस जगह तक कोई शब्द जांदा है उदों फिर शब्द अंदर दियाँ सब इच्छावां नूं मार दिंदा है। पातशाह कहते हैं फिर इच्छा पैदा ही नहीं हुंदी, उहदे अंदर खौफ नहीं रहिंदा कल की होएगा, कम किवें बनणगे, बच्चों का की बनेगा, पैसे ना आए तो करजा किवें लथेगा। मैं इस तरह का सज्जन वेख्या अपने लिए करजा चुक के आपां चिंता विच रहिंदे हां, लै जाए छेती, घर फ्री हो जाए, गड्डी फ्री हो जाए, दुकान फ्री हो जाए, इन्हां चिंता विच रहिंदे। मैं बड़ा हैरान होया, दिल्ली विचों सज्जन रहिंदा है, सतगुरु श्री गुरु तेग बहादुर महाराज सच्चे पातशाह जियां दा हुण शताब्दी पुरब लंघ के गया 400 साला। तो साध संगत उन्हें सेवा सीसगंज साहब तो सुनी तो पुछण आ गया, कहना जी जिथे महाराज तुसीं दर्शन करदे हो थल्लों पौड़ियां होके थड़ा साहब, तो उन्होंने पूछया जी ये सेवा जिहड़ी तुसीं अनाउंस कीती है प्रबंधकां नूं कहा भी मैनूं मिल सकदी है। उन्हें वो बंदे दे कपड़े वेख के कहा भी मिल तो सकती है पर तू कर सकना। उन्हें कहा जी मैं नहीं कर सकता। तो फिर वो सज्जन पुछदे कहते तू पुछ किवें रहा बई सेवा तेनों मिल सकती है। वो कपड़े वेख के कहते तू सेवा कर सकना। वो कहना जी मैं नहीं कर सकता। कहते फिर तू पुछदा किवें सेवा। वो कहते जी मैं नहीं कर सकता, जे गुरु तेग बहादुर महाराज कराउण तो हो सकती है पर तुसीं किरपा करो मैनू सेवा बख्श दो, किन्ने क पैसे लगणगे। तो वो कहते भाई साहब जी वे थड़े का एक पासे वाली सेवा जिहड़ी ना सोने की वो 8 लाख की है, तो दोवें पासे कराने पैणगे 16 लाख रुपए की सेवा है। तुसीं एक पासे दी कर लो, दूजे पासा किसी होर तो भी करवा देंगे असीं। तो वह सज्जन गरीबड़ा जिहा सी तो वह कहना जी दोवां पासियां दी सेवा दे दिओ। गुरसिੱਖੀ की निशानी सुनियो, इत्थे लखां की सेवा लैनी होवे ना, लख 2 लाख की, बंदा रोब नाल कहंदा मैनूं सेवा दिओ मैं करनी है। वो हथ जोड़ के कहना जी दोवां थड़ियां की सेवा दे दिओ, दोवां पासियां दी। तो प्रबंधक हैरान होए, उत्थों के जिहड़े सेवादार हैड ग्रंथी साहब वो भी बड़े हैरान होए। वो कहते मैं भी हैरान सी वे ये बंदे दे कपड़े पहरावा दसदा नहीं कि इहदे कोल इन्ने पैसे होणगे, पर ये बड़ी निमरता नाल मंग रहा, हो भी सकदा है। तो कहते जी तुसीं कर सकदे हो, ये 1-1.25 महीने दे विच विच कराउणी पैणी है। वो कहते जी जे गुरु तेग बहादुर महाराज कराउण सच्चे पातशाह तो हो जाएगी, तो तुहानूं बेनती है मैं तुहानूं प्रबंध की सेवा देती, तुसीं मैनूं सेवा दे दिओ। बड़ी निमरता नाल हथ जोड़ के उन्हें सेवा लई। तो प्रबंधकां कहा ठीक है भाई सेवा दे देने, फिर पर्ची कटाउणी पैनी। वो कहना जी शाम तक मैं प्रबंध करना है। वो बंदा शाम तक प्रबंध करके 8 लाख रुपए की पर्ची कटा गया, सेवा शुरू हो गई। उस तो बाद साध संगत थोड़े दिन वो सेवा इक्को दिन तो 16 लाख नहीं ना लग जाना सी, 10-15 दिन उन्होंने मिल गए होर। उन्हें इंतजाम किया 15-18-20 दिनों के विच विच उन्हें 8 लाख रुपया होर जिहड़ा सी वो भी सेवा का देता। सच्चे पातशाह ने वो सज्जन कोलों 16 लाख की वो सेवा लई। तो साध संगत हैड ग्रंथी साहब ने पूछा, मैं फिर वो हुण घर जाके आया जदों कथा करन गए, हैड ग्रंथी साहब ने पूछा भी मैनू पुछण का अधिकार नहीं, सेवा तू कीती है, गुरु तेग बहादुर महाराज जी ने तेतों कराई है भाई, प्रबंधकां ने तो सेवा दे दी, मैनू पुछण का अधिकार नहीं भी तू पैसे कित्थों लिया है, पर तेरा पहरावा मैनू दस दे कि तेरे कोल इन्ने पैसे नहीं, फिर भी मैं पुछण का अधिकार तो नहीं रखता जे तू दस दे भी पैसे वाकई तेरे कोल इन्ने है। इत्थे वड्डे वड्डे लग्जरी कारां विच लोग आउंदे ने, उन्हां बंदियां ने हौसला नहीं किया वे 16 लाख की सेवा मैनू कल्ले नूं दे दिओ, और 4 लाख दी तो उन्हें किन्ने दिन तो रोब रखना सी प्रबंध में। तू बड़ी निमरता नाल आउंदा, सब तो पिछे बहिने
तेरे अंदर इन्नी निमरता। भाई साहब पैसे है तुहाडे कोल, साध संगत वो बंदा केसा धारी भी नहीं, तो जदों उन्होंने कहो कहना भाई साहब तुसीं पुछ लिया तो अगे बेशक मैं तुहानूं बेनती करा अगे ना दस्सिओ, क्यों? शायद एवें लोग होर गल्लां फलाउण। पैसे मेरे कोल नहीं, पैसे तां 2-3 लाख रुपया सी, मेरे अंदर चाओ गुरु ने पैदा किया, पातशाह की शताब्दी है, की पता ये उम्र जिहड़ी ये तो पक्की गल है ना, ये तो पता ही नहीं वे साल 2 साल 6 महीने 2 महीने उम्र है या नहीं है, पर यह गल तो पक्की है कि मेरी जिंदगी विच दोबारा शताब्दी नहीं आनी। ये शताब्दी के मौके ते गुरु मेरे तो सेवा लवे। कहने मैं अरदास करके महाराज नूं कहदी मैं प्रबंधकां नूं पुछना है, महाराज मैनूं सेवा दे दिओ। कहते प्रबंधकां सेवा देती। रही गल भाई साहब पैसों की, पैसे मेरे को नहीं, मैं 14 लाख रुपया करजा चुक के दिता है। 14 लाख रुपया करजा चुक के अपने घर ते जो कुछ सी उहदे कोल, घर वाली दे गहने भी उन्हें रखे हुए ने, वो सब कुछ रख के 14 लाख रुपया करजा चुक के वो सज्जन ने सेवा की है। एक बार भी साध संगत उहदी जुबान तो ये नहीं कि मैं सेवा की। मैनू जदों पता लगा सिंह साहब तो मैं स्पैशल उहदे घर जाके आया। तो साध संगत जिन्हों तो गुरु सेवा लवे, सतगुर सच्चे पातशाह आप नदर किरपा बख्शिश करते हैं। नहीं तो ये जिहड़े मन के रस ने ना, हंकार होमे ईरका द्वैश, ये चीज़ां जदों आत्म रस आउण लग जाए फिर तुहाडीआं सब इच्छावां पूरीआं। तुसीं इन्ने धनवान हो जाओगे कि तुहानूं वेख के दुनिया हैरान होएगी, ये बंदा एडी सेवा किवें कर गया। तुहाडे कोल बाहरों कुछ नज़र नहीं आएगा, पर तुसीं बहुत धनवान हो जाओगे। उन्होंने महाराज सच्चे पातशाह ने कहा सार धन श्रेष्ठ धन, हमरा धन माधो गोविंद धरणी तार, यह सार धन कहिए, जो सुख प्रभु गोविंद की सेवा, सो सुख राज न लहिए। ताइयों पातशाह ने फिर बचन कहे जिनके पल्ले धन वसै, जिन्होंने को कला बारी पैसा है, तिनका नाओ फकीर, जिनके हृदय तू बसै, ते नर गुणी गहीर। पातशाह जिन्हां दे पल्ले तू वस जांदा है वो गुणी गहीर हो जाते, वो गरीब कंगाल रोगी नहीं देंदे। उन्होंने कोल ये चीज़ां संसार दियां नेड़े नहीं आउंदियां, उन्हां दियां सर्व इच्छावां पूरीआं हो जांदियां। अज धन गुरु हरकृष्ण साहब महाराज सच्चे पातशाह की वडियाई करने जुड़ बैठे हो। पातशाह कोल वो बंदे आए जिन्होंने दुनिया ने कहा कोड़ी है, परखण वास्ते कोड़ी फड़ के ले आंदा, चलो गुरु नूं परखदे, इन्नी छोटी उम्र में कोई गुरु हो सकता है। साध संगत सतगुरु गुरु हरकृष्ण साहब महाराज ने सेवाधारन पूछया पालकी क्यों रोकी है? कहते महाराज मोरे ना कोई कोड़ी लम्मा पै गया। महाराज वो शरीर विचों पानी चलता है, कोड़ फुटिया हुआ है, तो सतगुरु पालकी तो बाहर आ गए। बाला प्रीतम श्री गुरु हरकृष्ण साहब महाराज उस कोड़ी वाल वेख के पातशाह ने कहा भाई ये तो बहुत रोगी लगता है शरीर करके। कहते महाराज इनू कोड़ फुटिया होया ते शरीर विचों तां पानी सिमदा है। सतगुरां दी बिल्कुल छोटी उम्र शरीर करके। पातशाह ने अपने खिस्से विचों रुमाल कढ़िया, वो रुमाल गुरु हरकृष्ण साहब महाराज ने वो कोड़ी नूं देख के कहा लै भाई अपने हत्थां बाहां मूँह तो पानी सिमदा ना, इनू साफ कर ते नाल बोल सतनाम वाहिगुरु सतनाम वाहिगुरु सतनाम वाहिगुरु। गुरु हरकृष्ण साहब महाराज ने फिर उन्होंने मूल मंत्र आप जपाया। देखो गुरु जपा रहा होवे ते सामने वाले दी किवें सुरत ना जुड़े। सतगुरु के भाई साडे मगर मगर बोल एक ओंकार सतनाम जपो, एक ओंकार करता पुरख निर्भव निर्वैर, करता पुरख निर्भव निर, अकाल मूरत अजूनी सैभं,
ਅਕਾਲ ਮੂਰਤ ਆਜੂਨੀ ਗੁਰ ਪ੍ਰਸਾਦ ਗੁਰ ਪ੍ਰਸਾਦ। ਜਦੋਂ ਪਾਤਸ਼ਾਹ ਨੇ ਉਹਨੂੰ ਜਪਾਈ ਬਾਣੀ ਸਾਧ ਸੰਗਤ ਉਹ ਰੁਮਾਲ ਨਾਲ ਹੱਥ ਨੂੰ ਸਾਫ਼ ਕਰਦਾ ਰਿਹਾ। ਅੱਜ ਹੋਰ ਕੱਲ ਹੋਰ 5 ਦਿਨਾਂ 'ਚ ਉਹਦਾ ਸਰੀਰ ਬਿਲਕੁਲ ਅਰੋਗ ਹੋ ਗਿਆ। 5 ਦਿਨਾਂ ਬਾਅਦ ਉਹਨਾਂ ਸਿੱਖਾਂ ਦੇ ਮਨ 'ਚ ਜਿਨ੍ਹਾਂ ਦੇ ਸ਼ੰਕਾ ਸੀ ਉਹ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨੀ ਟਹਿ ਪਏ। ਕਹਿੰਦੇ ਮਹਾਰਾਜ ਸਾਨੂੰ ਸ਼ੰਕਾ ਸੀ, ਅਸੀਂ ਕੋੜੀ ਨੂੰ ਲੱਭ ਕੇ ਲਿਆਏ ਸੀ। ਮਹਾਰਾਜ ਜੇ ਕੋੜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਲਪੁਰ ਵਿੱਚ ਤੰਦਰੁਸਤ ਕਰ ਸਕਦੇ, ਜੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਪ੍ਰੇਮੀ ਕੋੜੀ ਦਾ ਕੋੜ ਦੂਰ ਕਰ ਸਕਦੇ, ਮਹਾਰਾਜ ਜੇ ਤੁਹਾਡੇ ਵਿੱਚ ਉਹੀਓ ਜੋਤ ਹੈ ਤੁਸੀਂ ਕੋੜੀ ਨੂੰ ਠੀਕ ਕਰੋਗੇ। ਪਾਤਸ਼ਾਹ ਸਾਡਾ ਸ਼ੰਕਾ ਦੂਰ ਹੋ ਗਿਆ, ਤੁਸੀਂ ਕੋੜੀ ਨੂੰ ਤੰਦਰੁਸਤ ਕਰ ਦਿੱਤਾ। 8ਵੇਂ ਪਾਤਸ਼ਾਹ ਨੇ ਇੱਕ ਬਚਨ ਕਿਹਾ, ਭਾਈ ਉਹ ਤਾਂ ਤਨ ਦਾ ਕੋੜੀ ਸੀ, ਜਿਹੜੇ ਮਨ ਦੇ ਕੋੜੀ ਉਹਨਾਂ ਦਾ ਕੋੜ ਕਿਵੇਂ ਦੂਰ ਹੋਏਗਾ। ਉਹ ਚਰਨਾਂ ਵਿੱਚ ਟਹਿ ਪਏ। ਮਹਾਰਾਜ ਭੁੱਲ ਹੋ ਗਈ। ਸਤਿਗੁਰਾਂ ਕਿਹਾ ਭਾਈ ਸ਼ੰਕਾ ਮਨ ਨੂੰ ਮਲੀਨ ਕਰਦਾ, ਸ਼ੰਕਾ ਮਨ ਨੂੰ ਕੋੜੀ ਕਰ ਦਿੰਦਾ। ਤੁਹਾਡੇ ਅੰਦਰ ਸ਼ੰਕਾ ਪੈਦਾ ਹੋਇਆ, ਸਿੱਖ ਦੇ ਅੰਦਰ ਗੁਰੂ ਦੇ ਪ੍ਰਤੀ ਸ਼ੱਕ ਨਹੀਂ ਹੋਣੀ ਚਾਹੀਦੀ। ਸਹਿਸਾ ਪੈਦਾ ਹੋ ਜਾਏ ਉਹ ਮਨ ਦਾ ਕੋੜੀ ਹੋ ਜਾਂਦਾ। ਸਿੱਖਾਂ ਕਿਹਾ ਮਹਾਰਾਜ ਫਿਰ ਇਹ ਕੋੜ ਕਿਵੇਂ ਹਟੇ। ਪਾਤਸ਼ਾਹ ਨੇ ਕਿਹਾ ਭਾਈ ਸ਼ਬਦ ਨਾਲ ਧੋਵੋ, ਕਿਉਂਕਿ ਸ਼ਬਦ ਤੋਂ ਉਤਪਤ ਹੈ, ਸ਼ਬਦ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਸਾਰਾ ਕੁਝ ਪੈਦਾ ਹੋਇਆ। ਆਤਮ ਤੇ ਸਰੀਰ, ਸਰੀਰ ਸੰਸਾਰ ਦੇ 5 ਤੱਤਾਂ ਤੋਂ, ਅੰਦਰ ਦਾ ਆਤਮ ਜਿਹੜਾ ਉਹ ਪਰਮਾਤਮ ਤੋਂ, ਸ਼ਬਦ ਤੋਂ। ਪਾਤਸ਼ਾਹ ਨੇ ਕਿਹਾ ਭਾਈ ਜੇ ਕੋੜ ਧੋਣਾ ਤਾਂ ਸ਼ਬਦ ਤੋਂ ਬਗੈਰ ਨਹੀਂ ਧੋਤਾ ਜਾਏਗਾ। ਹਜ਼ੂਰ ਨੇ ਬਚਨ ਪੜਿਆ, ਸਹਸੇ ਜਿਉ ਮਲੀਨ ਹੈ, ਪੜੋ ਸਹਸੇ ਜਿਉ ਕਿਤ ਸੰਜਮ ਤੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਭਾਈ ਚਿੱਤ ਲਾ ਕੇ ਵਾਹਿਗੁਰੂ ਨੂੰ ਜਪੋ, ਅਕਾਲ ਪੁਰਖ ਦਾ ਨਾਮ ਜਪੋ, ਤੁਹਾਡੇ ਮਨ ਦਾ ਕੋੜ ਉਤਰ ਜਾਏਗਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੀ ਉਮਰ ਛੋਟੀ ਰਹੀ। ਇਹ ਮੈਂ ਉਦਣ ਦਿੱਲੀ ਤੋਂ ਵੀ ਬੇਨਤੀ ਕਹੀ ਲਾਈਵ ਟੈਲੀਵਿਜ਼ਨ ਤੇ, ਕਦੇ ਵੀ ਅਕੈਡਮਿਕ ਐਜੂਕੇਸ਼ਨ ਨਾਲ, ਬਾਹਰੀ ਗਿਆਨ ਨਾਲ ਤੁਸੀਂ ਗੁਰੂ ਦੀ ਵਿਆਖਿਆ ਨਹੀਂ ਕਰ ਸਕਦੇ। ਗੁਰੂ ਦੀ ਵਿਆਖਿਆ ਤਾਂ ਵੈਸੇ ਵੀ ਨਹੀਂ ਹੋ ਸਕਦੀ। ਉਮਰਾਂ ਗੁਜ਼ਰ ਜਾਣਗੀਆਂ, ਗਿਆਨੀਆਂ ਦੇ ਗਿਆਨੀ ਇਸ ਧਰਤੀ ਤੇ ਹੋ ਕੇ ਚਲੇ ਗਏ, ਗੁਰੂ ਦੀ ਵਿਆਖਿਆ ਕਦੇ ਪੂਰੀ ਨਹੀਂ ਹੋਈ। ਸਾਧ ਸੰਗਤ ਸਦੀਆਂ ਗੁਜ਼ਰ ਗਈਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਕਦੇ ਕਿਸੇ ਬੰਦੇ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਪੂਰੀ ਹੋ ਗਈ, ਹੋ ਹੀ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਤਾਂ ਹੁਣ ਪੂਰੀ ਹੋਵੇ ਜੀ, ਨਹੀਂ ਇਹ ਨਹੀਂ ਹੋ ਸਕਦੀ। ਇਹ ਅਰਥਾਂ ਕਰਕੇ ਸਟੀਕ ਪੂਰੀ ਪੜ੍ਹੀ ਜਾ ਸਕਦੀ ਹੈ, ਕਥਾ ਕੀਤੀ ਜਾ ਸਕਦੀ ਹੈ, ਪਰ ਜੇ ਤੁਸੀਂ ਕਹੋ ਵਿਆਖਿਆ ਤਾਂ ਹੁਣ ਪੂਰੀ ਹੋ ਗਈ ਜੀ, ਨਹੀਂ, ਵਿਆਖਿਆ ਹੋਏ ਨਹੀਂ ਸਕਦੀ। ਗੁਰੂ ਦੀ ਸਿਰਫ ਵਡਿਆਈ ਕੀਤੀ ਜਾ ਸਕਦੀ ਹੈ, ਗੁਰੂ ਦੀ ਵਿਆਖਿਆ ਨਹੀਂ, ਕਿਉਂਕਿ ਗੁਰੂ ਅਸੀਮ ਹੈ, ਉਹ ਕਿਸੇ ਸੀਮਾ ਵਿੱਚ ਬੱਝਿਆ ਹੋਇਆ ਨਹੀਂ। ਗੁਰੂ ਉਹ ਕੁਝ ਕਰ ਦਿੰਦਾ ਜਿਹਨੂੰ ਲੋਕ ਕਹਿੰਦੇ ਇੰਪੋਸੀਬਲ, ਹੋਏ ਨਹੀਂ ਸਕਦਾ। ਉਹਦੀ ਵਿਆਖਿਆ ਕੀ ਕਰੋਗੇ। ਪਿੰਗਲਾ ਬੰਦਾ ਪਹਾੜ ਤੇ ਚੜ੍ਹ ਸਕਦਾ? ਪਿੰਗਲੇ ਨੂੰ ਤਾਂ ਫੜ ਕੇ 4 ਪੌੜੀਆਂ ਚੜਾਉਣੀਆਂ, ਹੁਣ 2 ਬੰਦੇ ਚਾਹੀਦੇ ਨੇ। ਪਿੰਗਲਾ ਬੰਦਾ ਪਹਾੜ ਤੇ ਕਿਵੇਂ ਚੜ੍ਹ ਜਾਏਗਾ। ਔਰ ਸਾਧ ਸੰਗਤ ਗੁਰੂ ਦੀ ਤਾਂ ਵਡਿਆਈ ਹੈ, ਵਿਆਖਿਆ ਹੋਏ ਨਹੀਂ ਸਕਦੀ, ਕਿਉਂਕਿ ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ, ਅੰਦਲੇ ਤਿਰਭਵਨ ਸੂਜਿਆ, ਗੁਰ ਬੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮਿੱਤ। ਸਿਰਫ ਮਹਿਮਾ ਵਡਿਆਈ ਸੁਣੋ ਭਾਈ, ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ। ਉਹ ਤਾਂ ਪਿੰਗਲਿਆਂ ਨੂੰ ਪਰਵਤ ਪਹਾੜ ਲਗਾ ਦਿੰਦਾ, ਉਹ ਤੇ ਖਲ ਮੂਰਖਾਂ ਨੂੰ ਉਤਾਰ ਦਿੰਦਾ। ਉਹ ਤਾਂ ਖਲ ਮੂਰਖ ਤੇ ਪੰਡਤ ਕਰਵੋ, ਪੰਡਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਉਹਦੇ ਘਰ ਦੇ ਅੰਦਰ ਕੋਈ ਸਨਿਓਰਟੀ, ਕੋਈ ਰਿਜ਼ਰਵੇਸ਼ਨ, ਕੋਈ ਉਮਰ ਦਾ ਤਕਾਜ਼ਾ ਨਹੀਂ। ਮੋਦਨ ਵੀ ਬੇਨਤੀ ਕਹੀ, ਕਿੰਨਾ ਵੀ ਇੰਟੈਲੀਜੈਂਟ ਬੱਚਾ ਹੋਵੇ। ਅਸੀਂ ਇੱਕ ਦਿਨ ਫਰੀਦਕੋਟ ਗਏ, ਉੱਥੇ ਉਹ ਪਰਿਵਾਰ ਵਾਲਿਆਂ ਦੀ ਬੱਚੀ 4.5 ਸਾਲ ਦੀ ਹੈ। ਤੁਹਾਡੇ ਵੀ ਇੱਥੇ ਪਰਿਵਾਰ ਮੈਨੂੰ ਪਤਾ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਛੋਟੇ ਬੱਚਿਆਂ ਨੂੰ ਬਾਣੀ ਕੰਠ ਹੈ। 4.5 ਸਾਲ ਦੀ ਬੱਚੀ ਹੈ ਔਰ ਪੂਰੀ ਤਰ੍ਹਾਂ ਸਾਫ਼ ਵੀ ਨਹੀਂ ਅਜੇ ਬੋਲ ਰਹੀ, ਛੋਟੀ ਉਮਰ ਹੈ। ਤਾਂ ਸਾਧ ਸੰਗਤ ਉਹ ਪਰਿਵਾਰ ਵਾਲੇ ਕਹਿੰਦੇ ਭਾਈ ਸਾਹਿਬ ਨੂੰ ਪਹਾੜ ਸੁਣਾ, ਉਹ ਚੌਂਕੜਾ ਮਾਰ ਕੇ ਬਹਿ ਗਏ।
ਤਾਂ ਹੱਥ ਜੋੜ ਕੇ ਉਹ ਬੱਚੀ ਨੇ ਅੱਖਾਂ ਨਹੀਂ ਖੋਲੀਆਂ, ਇੱਕ ਅੱਖਰ ਵੀ ਨਹੀਂ ਭੁੱਲੀ। ਚੌਪਈ ਸਾਹਿਬ ਦਾ ਪਾਠ ਹਮਰੀ ਕਰੋ ਹਾਥ ਦੇ ਰਛਾ ਤੋਂ ਲੈ ਕੇ ਅੜਿਲ ਸੁਣੇ ਗੁੰਗ ਜੋ ਜਾਹੇ ਸੋ ਰਸਨਾ ਪਾਵੇ, ਇੱਥੋਂ ਤੱਕ ਉਹਨੇ ਇੱਕ ਅੱਖਰ ਵੀ ਨਹੀਂ ਭੁੱਲੀ। ਅੱਖਾਂ ਬੰਦ ਕਰਕੇ ਪਾਣੀ ਵਾਂਗ ਸਲਾ। ਇਹਦਾ ਮਤਲਬ ਇੰਨਾ ਸ਼ਾਰਪ ਮਾਈਂਡ, ਉਹਨੂੰ ਇੰਨਾ ਚੇਤਾ ਹੋ ਗਿਆ। ਕਿਹਨੇ ਕਰਾਇਆ ਹੋਊਗਾ? ਅੱਖਰਾਂ ਦੀ ਤਾਂ ਪਛਾਣ ਹੀ ਨਹੀਂ ਉਹਨੂੰ ਤਾਂ ਇਹ ਨਹੀਂ ਪਤਾ ਵੀ ਇਹ ਅੱਖਰ ਲਿਖਣਾ ਕਿਵੇਂ ਹੈ। ਜਬ ਉਦ ਕਰਖ ਕਰਾ ਕਰਤਾਰਾ ਕਿਵੇਂ ਲਿਖਣਾ, ਪੜ੍ਹਨਾ ਵੀ ਨਹੀਂ ਆਉਂਦਾ, ਯਾਦ ਹੋ ਗਿਆ। ਕਿਸੇ ਬੱਚੇ ਨੂੰ 10-12 ਸਾਲ ਦੇ ਨੂੰ ਮੋਬਾਈਲ ਫੜਾ ਦਿਓ, ਕੰਪਿਊਟਰ ਫੜਾ ਦਿਓ, ਉਹ ਖੋਲ ਲੈਂਦਾ, ਉਹਨੂੰ ਸਭ ਕੁਝ ਪਤਾ ਹੈ। ਪਰ ਇੱਕ ਚੀਜ਼ ਹੈ, ਉਮਰ 18 ਸਾਲ ਤੋਂ ਘੱਟ ਹੋਵੇ, ਕਿਸੇ ਅਹੁਦੇ ਤੇ ਨਹੀਂ ਤੁਸੀਂ ਬਿਠਾ ਸਕਦੇ, ਕੋਈ ਨੌਕਰੀ ਨਹੀਂ ਮਿਲ ਸਕਦੀ। 18 ਸਾਲ ਤੋਂ ਉਮਰ ਘੱਟ ਹੈ, ਡਰਾਈਵਿੰਗ ਲਾਇਸੈਂਸ ਨਹੀਂ ਬਣ ਸਕਦਾ। ਵਧੀਆ ਚਲਾਉਂਦਾ ਜੀ ਮੋਟਰਸਾਈਕਲ, ਉਹਦਾ ਚਲਾਨ ਹੋ ਸਕਦਾ ਹੈ, ਟਿਕਟ ਮਿਲ ਸਕਦੀ। ਕਿਉਂ ਭਾਈ? ਇਹਦੀ ਉਮਰ ਨਹੀਂ ਹੈ। ਗੱਡੀ ਵਧੀਆ ਡਰਾਈਵ ਕਰਦਾ ਨਹੀਂ, ਉਮਰ ਨਹੀਂ ਹੈ। 18 ਸਾਲ ਤੋਂ ਉਮਰ ਘੱਟ ਹੈ, ਡਰਾਈਵਿੰਗ ਲਾਇਸੈਂਸ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਵੋਟ ਪਾਉਣ ਦਾ ਅਧਿਕਾਰ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਗੈਰ ਕਾਨੂੰਨੀ ਹੈ ਉਹਦੀ ਸ਼ਾਦੀ ਕਰਨੀ। 18 ਸਾਲ ਤੋਂ ਉਮਰ ਘੱਟ ਹੈ, ਕਿਸੇ ਅਹੁਦੇ ਉੱਤੇ ਤਾਜਪੋਸ਼ੀ ਨਹੀਂ। ਪਰ ਮੇਰੇ ਗੁਰੂ ਦੇ ਘਰ ਦੀ ਤਾਂ ਵਡਿਆਈ ਵੱਖਰੀ ਹੈ। ਇੱਥੇ ਤਾਂ 5 ਸਾਲ ਦੀ ਉਮਰ ਵਿੱਚ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਨੇ। 5 ਸਾਲ ਦੀ ਉਮਰ, ਕਿਉਂਕਿ ਵਡਿਆਈ ਸਰੀਰ ਦੀ ਨਹੀਂ, ਜੋਤ ਦੀ ਹੈ ਭਾਈ। ਉਹਦੇ ਵਿੱਚ ਜੋਤ ਦੀ ਵਡਿਆਈ ਹੈ। ਜੋਤ ਊਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਉਹ ਜੋਤ 5 ਸਾਲ ਦੇ ਸਰੀਰ ਵਿੱਚ ਵੀ ਹੈ, ਉਹ ਜੋਤ 72 ਸਾਲ ਦੀ ਉਮਰ ਬਜ਼ੁਰਗ ਸਰੀਰ ਵਿੱਚ ਵੀ ਹੈ। 5 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ, 5 ਸਾਲ ਦੀ ਉਮਰ ਵਿੱਚ ਭਗਤ ਧਰੂਪ ਭਗਤ ਅਟਲ ਪਦਵੀ ਨੂੰ ਪਹੁੰਚ ਗਏ। ਤਾਈਓ ਸਾਹਿਬ ਨੇ ਕਿਹਾ, 5 ਵਰਖ ਕੋ ਅਨਾਥ ਧਰੂਪ ਬਾਰਿਕ ਹਰ ਸਿਮਰਤ ਅਮਰ ਅਟਾਰੇ। ਫਿਰ ਇੱਥੇ ਹੀ ਵਸ ਨਹੀਂ। 60 ਸਾਲ ਦੀ ਉਮਰ 'ਚ ਦੁਨੀਆ ਕੀ ਕਹਿੰਦੀ ਹੈ? ਬੰਦਾ ਬੁੱਢਾ ਹੋ ਗਿਆ। 60 ਕੇ ਬੁੱਢੇ ਭਾਵ ਹੈ। 70 ਸਾਲ ਦੀ ਉਮਰ ਵਿੱਚ ਕਹਿੰਦੇ ਮਤਹੀਣ ਹੈ। ਇਹਨੂੰ ਕੀ ਪਤਾ ਹੈ? ਤੁਸੀਂ ਜਿੰਨੇ ਮਰਜ਼ੀ ਇੰਟੈਲੀਜੈਂਟ ਹੋਵੋ, ਆਪਣੇ ਨਾਲ ਹੋਣਾ ਇੱਦਾਂ। ਜਿਨ੍ਹਾਂ ਦੀ ਉਮਰ ਹੋ ਗਈ ਉਹਨਾਂ ਨਾਲ ਹੁੰਦਾ ਹੋਣਾ, ਜਿਨ੍ਹਾਂ ਦੀ ਅਜੇ ਹੋਣੀ ਹੈ ਆਪਣੇ ਨਾਲ ਹੋਣਾ। ਕਿ ਜਦੋਂ 70 ਸਾਲ ਦੇ ਹੋ ਗਏ, ਤੁਸੀਂ ਆਪਣੇ ਪੁੱਤ ਨੋਹਾਂ ਪੋਤਿਆਂ ਨੂੰ ਸਲਾਹ ਦੇ ਕੇ ਦੇਖਿਓ, ਉਹ ਤੁਹਾਨੂੰ ਕਹਿਣਗੇ ਮੋਹਰਿਓਂ ਕਿ ਪਾਪਾ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਚੁੱਪ ਰਹੋ। ਮੰਮਾ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਨਾ ਦਖਲ ਦਿਆ ਕਰੋ। ਜਿਹਨੇ ਇੰਨਾ ਸਭ ਕੁਝ ਕੀਤਾ ਉਹਨੂੰ ਕਹਿਣਗੇ ਪਤਾ ਹੀ ਨਹੀਂ ਤੈਨੂੰ ਕੁਝ। ਕਿਉਂ ਭਾਈ? ਉਮਰ ਜੂ ਵੱਧ ਗਈ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। 80 ਸਾਲ ਦਾ ਹੋ ਜਾਏ, ਕਵੇ ਮੇਰੀ ਦੋਤੀ ਦਾ ਵਿਆਹ ਹੈ, ਉਹ ਕਹਿੰਦੇ ਤੂੰ ਉੱਥੇ ਕੀ ਕਰਨਾ ਬੀਬੀ ਜਾ ਕੇ? ਪੈਲਸੇ ਤੇਰਾ ਕੀ ਕੰਮ ਹੈ? ਤੇਰਾ ਵਿਆਹ 'ਚ ਕੀ ਕੰਮ ਹੈ? 80 ਕਾ ਵਿਵਹਾਰ ਨਾ ਪਾਵੇ। ਤੇ ਇੱਥੇ ਗੁਰੂ ਦੇ ਘਰ ਦੀ ਵਡਿਆਈ ਵੱਖਰੀ ਹੈ ਸੰਸਾਰ ਤੋਂ। 60 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਸਿੱਖ ਬਣੇ। 72 ਸਾਲ ਦੀ ਉਮਰ ਤੱਕ 12 ਸਾਲ ਗਾਗਰ ਢੋਈ। ਇਤਿਹਾਸ ਪੜ੍ਹਿਓ। 72 ਸਾਲ ਦੀ ਉਮਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਬਣੇ। ਫਿਰ ਗੁਰੂ ਬਣ ਕੇ 2, 4, 5, 7 ਸਾਲ ਨਹੀਂ ਰਹੇ। ਇਤਿਹਾਸ ਪੜ੍ਹਿਓ। 22 ਸਾਲ ਬਾਬਾ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। 72 ਸਾਲ ਦੀ ਉਮਰ ਤੋਂ ਲੈ ਕੇ 94 ਸਾਲ ਦੀ ਉਮਰ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਰਹੇ ਆ। 94 ਸਾਲ ਤੱਕ ਇੱਥੇ ਹੀ ਵਸ ਨਹੀਂ। 98 ਈਅਰ 올ਡ 98 ਸਾਲ ਦੀ ਉਮਰ ਹੋ ਗਈ ਧੰਨ ਬਾਬਾ ਬੁੱਢਾ ਸਾਹਿਬ ਦੀ। 98 ਸਾਲ ਦੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਨੂੰ ਬੁਲਾ ਕੇ ਲਿਆਓ। ਬਾਬਾ ਬੁੱਢਾ ਸਾਹਿਬ ਨੂੰ ਸੱਦਿਆ। 98 ਸਾਲ ਦੀ ਉਮਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬੇ ਬੁੱਢੇ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਲਾਇਆ। 98 ਸਾਲ ਦੀ ਉਮਰ। ਗੁਰਮੁਖ ਬੁੱਢੇ ਕਦੇ ਨਹੀਂ। ਦੁਨੀਆ ਦਾ ਕਾਨੂੰਨ ਅਲੱਗ ਹੈ, ਗੁਰੂ ਦੇ ਘਰ ਦਾ ਕਾਨੂੰਨ ਅਲੱਗ ਹੈ। ਇੱਥੇ ਉਮਰਾਂ ਦਾ ਕੋਈ ਤਕਾਜ਼ਾ ਨਹੀਂ। ਇੱਥੇ ਉਮਰ ਸੀਨੀਅਰਟੀ ਕੋਈ ਰਿਜ਼ਰਵੇਸ਼ਨ ਨਹੀਂ। ਇੱਥੇ ਰੱਬ ਚਾਹਵੇ ਤਾਂ ਛੋਟੀ ਉਮਰ ਵਿੱਚ ਵੀ ਗਿਆਨ ਦੇ ਦਿੰਦਾ। ਜੇ ਰੱਬ ਦੀ ਮਰਜ਼ੀ ਬਦਲ ਜਾਏ ਨਾ, ਵੱਡੀ ਵੱਡੀ ਉਮਰ ਵਿੱਚ ਗਿਆਨ ਖੋਹ ਲੈਂਦਾ। ਚੰਗੇ ਚੰਗੇ ਬੰਦਿਆਂ ਕੋਲੋਂ ਸਾਧ ਸੰਗਤ ਮੂਰਖਮਤੀ ਦੇ ਕੰਮ ਕਰਾ ਦਿੰਦਾ। ਲੋਕ ਕਹਿੰਦੇ ਨੇ ਬੁੱਢੇ ਵੇਰੇ ਇਹ ਬੰਦੇ ਨੇ ਕੀ ਕੀਤਾ। ਸ਼ੇਖ ਸ਼ਾਦੀ ਸਾਹਿਬ ਦੀ ਇੱਕ ਗੱਲ ਮੈਂ ਕਈ ਵਾਰ ਕਥਾ ਵੀ ਸੁਣਾਈ ਹੈ। ਉਹ ਪ੍ਰਚਾਰਕ ਰਹੇ ਨੇ ਸਨਾਤਨੀ ਹਿੰਦੂ ਮਤ ਦੇ, ਬਾਅਦ ਵਿੱਚ ਇਸਲਾਮ ਮਤ ਦੇ।
उन्हें इस्लाम का बहुत प्रचार किया। शेख शादी साहब ने बड़े गरीब रहे ने, कहते ने उन्होंने कोल एक खोता सी ते कोई कुक्कड़ सी, बड़े गरीब। एक दिन चिंता में डुबे बैठे, निका जिहा बच्चा आ गया। वो बच्चा पूछता है बाबा उदास क्यों बैठे हैं? उन्हें कहा काका तू जा, तू की लेना बेटा। वो निका जिहा बच्चा बोले हाँ बाबा जी उदास बैठे हो, दसो तो सही। वो कहना बेटा मैनू बहुत चिंता है अज। कहते चिंता दसो कादी? बच्चे सवाल करते रहते। वो कहना जे मैं तेनू दस भी देवां तू की हल करेगा? तू तो निका जिहा बच्चा है, तेरे कोल मेरी मुश्किल का की हल है? तो बच्चे ने कहा बाबा जे मेरे कोल मुश्किल का हल नहीं, तेनू दसन विच की दिक्कत है? दस ते सही, शायद मैं तेरी मुश्किल का हल करदा। शेख शादी बुढ़ा 69 साल की उम्र, 68 साल की। वो कहना मैं फिर उन्होंने बच्चे नूं कहा चल बैठ, मैं तेनू दसदा मुश्किल हुंदी की है। जे मैं तेनू अपनी चिंता दस दी, इत्थे बैठ हल कर देंगा। वो बच्चे ने कहा की पता मैं तुहाडी मुश्किल का हल करदा। बाबा दस ते सही। शेख शादी ने कहा तली ते पैसा रख, मेरे कोल एक पैसा है, असी 3 जने भुखे हाँ, रज जांगे एक पैसे नाल? जे मैं रोटी अपने वास्ते लियाना है, मेरा जानवर कुक्कड़ ते खोता भुखे रहिंदे ने। जे मैं खोते नूं घाह पट्ठा पाउना है तां कुक्कड़ ते मैं भुखा रह। जे मैं कुक्कड़ लई कोई दाना लियाना है तो कुक्कड़ नूं ते दाने लिया के पा दांगा बड़े में, ते असीं दोवें भुखे रह जांगे। एक पैसे नाल 3 जने किवें रज जांगे? 3 बंदियां दा भोजन एक पैसे नाल किवें आ जाएगा? वो भी वखरा वखरा। निके जे बच्चे ने एक पल विच हल कर दिता। जदों जिहड़ी गल वो बच्चे ने कही, शेख शादी ने उपर वल हाथ चुक के कहा या खुदा ते आउंदा उदों उमरा नहीं वेखदा, जदों तू गुण वंडण ते आउणे उदों दाता उमर नहीं वेखदा। कईयां नूं छोटी उमर विच वड्डे गुण बख्श दिन्ने। ते साध संगत वो निके जे बच्चे ने कहा बाबा ये ते एक पल विच हल हो जाना, एक पैसा दे मैनू, तुसी 3 जने रज जाओगे। शेख शादी बोलिया वो किवें? कहंदा एक पैसे का सब तो सस्ता फ्रूट 5 तरबूज आउणगे, मैं तरबूज लियाने, ਉਹਦੇ ਵਿਚਲਾ ਮਿੱਠਾ ਗੁੱਦਾ ਕੱਢ ਕੇ ਤੂੰ ਖਾ ਲਈ, ਤੂੰ ਰੱਜ ਜਾਣਾ। ਬੀ ਕੱਢ ਕੇ ਸੁੱਟੀ ਜਾਈ, ਉਹ ਬੀ ਤੇਰੇ ਕੁੱਕੜ ਨੇ ਖਾ ਲੈਣੇ, ਉਹਨੇ ਵੀ ਰੱਜ ਜਾਣਾ। ਬਾਹਰਲਾ ਹਰਾ ਖੱਪਰ ਚੁੱਕ ਕੇ ਖੋਤੇ ਨੂੰ ਪਾ ਦੇ, ਤੇਰਾ ਖੋਤਾ ਵੀ ਰੱਜ ਜਾਣਾ। ਇੰਨੀ ਗੱਲ ਸੁਣ ਕੇ ਸ਼ੇਖ ਸ਼ਾਦੀ ਕਹਿੰਦਾ ਯਾ ਖੁਦਾ ਜਦੋਂ ਤੂੰ ਗੁਣ ਦੇਣ ਤੇ ਆਉਣਾ ਉਦੋਂ ਛੋਟੀ ਉਮਰ ਵਿੱਚ ਵੀ ਗੁਣ ਬਖਸ਼ ਦਿੰਦਾ। ਕਹਿਣ ਤੋਂ ਭਾਵ ਇੱਥੇ ਉਮਰਾਂ ਦਾ ਕੋਈ ਤਕਾਜ਼ਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤਾ ਹੈ, ਤੁਹਾਨੂੰ ਕਥਾ ਵਿੱਚ ਤੁਸੀਂ ਸੁਣਦੇ ਰਹਿੰਦੇ ਹੋ, ਯਾਦ ਹੋਏਗਾ। ਭਾਈ ਗੁਰਦਾਸ ਜੀ ਕਹਿੰਦੇ ਭਾਈ ਆਕਾਰ ਨਾ ਵੇਖੋ ਕਿ ਛੋਟਾ ਹੈ, ਉਹਦੇ ਵਿਚਲੀ ਕੀਮਤ ਵੇਖੋ। 8ਵੇਂ ਪਾਤਸ਼ਾਹ ਦੀ ਉਮਰ ਨਾ ਵੇਖੋ ਛੋਟੀ ਹੈ, ਵਿਚਲੀ ਜੋਤ ਵੇਖੋ। ਪਰਵਾਨਾ ਸਾਹਿਬ ਨੇ ਕਿਤਾਬ ਲਿਖੀ 2 ਦੀਵੇ 1 ਜੋਤ, ਉਹਦੇ ਵਿੱਚ ਲਿਖਿਆ 2 ਦੀਵੇ ਤੇਲ ਨਾਲ ਬੱਤੀ ਨਾਲ ਭਰ ਕੇ ਤੱਕੜੀ ਵਿੱਚ ਰੱਖ ਦਿਓ, ਦੋਵਾਂ ਦੀ ਜੋਤ ਜਗਾ ਦਿਓ। ਇੱਕ ਪਾਸੇ ਫੂਕ ਮਾਰ ਕੇ ਇੱਕ ਦੀਵਾ ਬੁਝਾ ਦਿਓ, ਤੁਸੀਂ ਵੇਖੋਗੇ ਭਾਰ ਦੋਵਾਂ ਦਾ ਬਰਾਬਰ ਰਹੇਗਾ। ਇਹਦਾ ਮਤਲਬ ਜੋਤ ਦਾ ਕੋਈ ਭਾਰ ਨਹੀਂ ਹੈ। ਕਿਸੇ ਸਰੀਰ ਦਾ ਭਾਰ ਆਕਾਰ ਹੋ ਸਕਦਾ ਹੈ, ਜੋਤ ਦਾ ਕੋਈ ਆਕਾਰ ਭਾਰ ਨਹੀਂ। ਉਹ 5 ਸਾਲ ਦੀ ਉਮਰ ਵਿੱਚ ਵੀ ਜੋਤ ਹੈ, ਉਹ 72 ਸਾਲ ਦੀ ਉਮਰ ਵਿੱਚ ਵੀ ਜੋਤ ਆ ਸਕਦੀ ਹੈ। ਇਸ ਲਈ ਗੁਰੂ ਦੇ ਘਰ ਦੇ ਅੰਦਰ ਜੋ ਤੂੰ ਜੁਗਤ ਸਾਏ ਸੈ ਕਾਇਆ ਫੇਰ ਪਲਟੀ ਹੈ। ਭਾਈ ਗੁਰਦਾਸ ਜੀ ਕਹਿੰਦੇ ਆਕਾਰ ਨਾ ਵੇਖੋ। ਦੇਖੋ ਦੁਨਿਆਵੀ ਉਦਾਹਰਨ ਹੈ, ਹੁਣ ਤੁਸੀਂ ਸਹਿਮਤ ਹੋ ਜਾਓਗੇ। ਕਹਿੰਦੇ ਹੀਰਾ ਤਾਂ ਨਿੱਕਾ ਜਿਹਾ ਹੁੰਦਾ ਨਾ, ਉਹਨੂੰ ਜੇਬ 'ਚ ਪਾ ਲਓ, ਕੱਪੜੇ 'ਚ ਲਪੇਟ ਕੇ ਲੁਕੋ ਲਓ ਜਿੱਥੇ ਮਰਜੀ, ਭਾਵੇਂ ਉਹਨੂੰ ਦਸਤਾਰ ਵਿੱਚ ਲੁਕੋ ਲਓ, ਲੱਭਦਾ ਨਿੱਕਾ ਜਿਹਾ ਹੀਰਾ, ਕੋਈ ਭਾਰ ਨਹੀਂ, ਆਕਾਰ ਛੋਟਾ ਹੈ। ਪਰ ਜਿੱਦਣ ਸ਼ਾਹੂਕਾਰ ਦੇ ਕੋਲ ਜਾ ਕੇ ਵੇਚੋਗੇ, ਜਦੋਂ ਉਹਦਾ ਮੁੱਲ ਮਿਲਦਾ ਨਾ, ਤੇ ਸਾਧ ਸੰਗਤ ਪੈਸੇ ਜੇਬਾਂ 'ਚ ਨਹੀਂ ਪੈਂਦੇ, ਫਿਰ ਪੈਸੇ ਥੈਲਿਆਂ 'ਚ ਪਾਉਣੇ ਪੈਂਦੇ। ਹੀਰਾ ਇੰਨਾ ਮਹਿੰਗਾ ਵਿਕਦਾ। ਦੂਜੀ ਉਦਾਹਰਨ ਸਾਡੇ ਨਾਲ ਜੁੜੀ ਦਿੱਤੀ। ਕਹਿੰਦੇ ਹੁੰਡੀ, ਜਿਹਨੂੰ ਅੱਜ ਤੁਸੀਂ ਚੈੱਕ ਕਹਿੰਦੇ ਹੋ, ਬੈਂਕ ਦਾ ਚੈੱਕ ਬੁੱਕ ਜਾਂ ਬੈਂਕ ਡਰਾਫਟ, ਉਹ ਚੈੱਕ ਸਾਧ ਸੰਗਤ ਇੰਨਾ ਕੁ ਕਾਗਜ਼ ਦਾ ਟੁਕੜਾ ਹੈ, ਉਹਨੂੰ ਤੁਸੀਂ ਆਪਣੇ ਪਰਸ ਵਿੱਚ ਪਾ ਲਓ। ਚੈੱਕ ਦਾ ਕਾਹਦਾ ਭਾਰ ਹੈ, ਜੇਬ 'ਚ ਪਾਈ ਫਿਰੋ। ਪਰ ਜਦੋਂ ਕਿਸੇ ਬੈਂਕ ਵਿੱਚ ਜਾ ਕੇ ਲੱਖਾਂ ਰੁਪਈਆ ਕੈਸ਼ ਕਰਾਓਗੇ, ਉਹ ਪੈਸੇ ਤੁਹਾਡੀ ਜੇਬ 'ਚ ਨਹੀਂ ਪੈਣੇ। ਚੈੱਕ ਤਾਂ ਪੈ ਸਕਦਾ,
ਜਦੋਂ ਚੈੱਕ ਕੈਸ਼ ਹੋਣਾ ਉਹਦੀ ਕੀਮਤ ਵੱਧ ਜਾਣੀ ਹੈ। ਆਕਾਰ ਨਾ ਵੇਖੋ, ਉਹਦੇ ਵਿਚਲੀ ਕੀਮਤ ਵੇਖੋ ਕੀ ਹੈ। ਭਾਈ 8ਵੇਂ ਪਾਤਸ਼ਾਹ ਦਾ ਸਰੀਰ ਆਕਾਰ ਛੋਟਾ ਹੈ, ਵਿਚਲੀ ਜੋਤ ਹੋਈ ਹੋਏ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦੇ ਕੇ ਫਿਰ ਇਹ ਬਚਨ ਕਿਹਾ, ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਦ ਭੰਡਾਰ ਜੀ, ਜੈਸੇ ਵਰ ਬੰਦੇ ਹੁੰਡੀ ਲਗਤ ਨ ਭਾਰ ਕਛੋ, ਅੱਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਕਹਿੰਦੇ ਚੈੱਕ ਕੈਸ਼ ਕਰਾਓ ਬੈਂਕ 'ਚ ਭਾਈ, ਫਿਰ ਝੋਲੇ ਭਰ ਜਾਂਦੇ ਨਾ ਪੈਸਿਆਂ ਦੇ। ਜੈਸੇ ਬਟ ਬੀਜਤ ਸੂਖਮ ਸਰੂਪ ਹੋਤ, ਬੋੜ ਦੇ ਦਰਖਤ ਦਾ ਬੀਜ ਛੋਟਾ ਜਿਹਾ, ਬੋਏ ਸੇ ਵਿਦ ਕਰੋ ਵਿਰਖਾ ਵਿਸਤਾਰ ਜੀ। ਜਦੋਂ ਵੱਡਾ ਹੁੰਦਾ ਬੋੜ ਦੀ ਛਾਂ ਮੈਂ ਵੇਖੀ ਹੈ, ਤੁਹਾਨੂੰ ਵਿਖਾਲ ਦਾਂਗੇ ਕਿਤੇ, ਇੱਦਾਂ ਦੇ ਬੋੜ ਦੇ ਦਰਖਤ 500 ਬੰਦਾ ਉਹਦੇ ਥੱਲੇ ਬਹਿ ਜਾਵੇ, 500 ਬੰਦਾ, ਇੰਨੀ ਗਹਿਰੀ ਛਾਂ ਆ ਉਹਦੀ। ਜੈਸੇ ਬਟ ਬੀਜਤ ਸੂਖਮ ਸਰੂਪ ਹੋਤ, ਬੋਏ ਸੇ ਵਿਦ ਕਰੇ ਵਿਰਖਾ ਵਿਸਤਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹਰਿਦੁਆਰ ਜੀ। ਇੱਦਾਂ ਭਾਈ ਕੋਈ ਗੁਰੂ ਜੋਤ ਦਾ ਬਚਨ ਕਮਾ ਲੈ, ਗੁਰੂ ਦੇ ਜੋਤ ਦੇ ਬਚਨ ਦੀ ਕੀਮਤ ਹੈ। ਕੋਈ ਵੀ ਗੁਰੂ ਜੋਤ ਵਿੱਚੋਂ ਸਿੱਖ ਨੂੰ ਗੁਰੂ ਬਚਨ ਕਰੇ, ਜਦੋਂ ਉਹ ਸਿੱਖ ਕਮਾ ਲੈਂਦਾ ਭਾਈ, ਉਦੋਂ ਮੁੱਲ ਪੈਂਦਾ ਜਦੋਂ ਦਰਗਾਹ ਵੱਲ ਤੁਰਦਾ। ਸ਼ਬਦ ਦਾ ਮੁੱਲ ਉਦੋਂ ਪੈਂਦਾ ਜਦੋਂ ਦੁਨੀਆ ਤੋਂ ਪ੍ਰਸਥਾਨ ਕਰਕੇ ਦਰਗਾਹ ਵੱਲ ਜਾਂਦਾ। ਉਹ ਸ਼ਬਦ ਉਹਨੂੰ ਰੱਬ ਦੀ ਦਰਗਾਹ ਤੱਕ ਲੈ ਜਾਂਦਾ, ਜਿਹਨੂੰ ਸਾਹਿਬ ਸੁਖਮਨੀ ਸਾਹਿਬ ਅੰਦਰ ਕਹਿੰਦੇ ਪਾਰ ਬ੍ਰਹਮ ਕੀ ਦਰਗਾਹ ਗਵੇ। ਆਹ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਇਸ ਬਚਨ ਨਾਲ ਢੁੱਕਦਾ, ਜਿੱਥੇ ਦਸਮ ਪਿਤਾ ਨੇ ਕਿਹਾ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਫਲ ਦਰਸ਼ਨ ਪੇਖਤ ਪੁਨੀਤ, ਗੁਰੂ ਦੇ ਦਰਸ਼ਨ ਕਰੋ ਭਾਈ, ਫਲ ਦੇਣ ਵਾਲੇ ਨੇ, ਤੁਸੀਂ ਪੁਨੀਤ ਹੋ ਜਾਓ। ਆ ਨੁਕਤਾ ਤੁਹਾਡੇ ਕੰਮ ਆਏਗਾ। ਦਿਨ ਵਿੱਚ ਇੱਕ ਵਾਰ ਕੋਸ਼ਿਸ਼ ਕਰਿਆ ਕਰੋ, ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਲਓ। ਦਰਸ਼ਨ ਕਰਨ ਦੇ ਨਾਲ ਹੀ ਪੁਨੀਤ ਹੋਣ ਲੱਗ ਜਾਓਗੇ। ਹਰ ਰੋਜ਼ ਦਰਸ਼ਨ ਕਰਨ ਨਾਲ ਪੁਨੀਤ ਹੋ ਜਾਓਗੇ। ਉਹ ਸੱਜਣ ਅੱਜ ਵੀ ਕਲਕੱਤੇ ਮੌਜੂਦ ਨੇ, ਮੈਂ ਉਹਨਾਂ ਦੀ ਕਈ ਵਾਰ ਲਾਈਵ ਉੱਤੇ ਗੱਲ ਕਹੀ ਹੈ। ਟਰੱਕ ਚੱਲਦੇ ਸਰਦਾਰ ਅਜਮੇਰ ਸਿੰਘ, ਉਹ ਕਹਿੰਦਾ ਨਿਯਮ ਇੱਕ ਬਣਾਇਆ ਸੀ ਨਾ, ਗੁਰੂ ਨੇ ਬਣਾ ਦਿੱਤਾ, ਭਾਵੇਂ ਸਵਾਰਥ ਕਰਕੇ ਬਣਾਇਆ ਸੀ ਵੀ ਟਰਾਂਸਪੋਰਟ ਤੇ ਜਾਣ ਤੋਂ ਪਹਿਲਾਂ, ਜਿੱਥੇ ਉਹਦੇ ਟਰੱਕਾਂ ਦਾ ਅੱਡਾ ਸੀ, ਹੋਰ ਵੀ ਡਰਾਈਵਰ ਬਹਿੰਦੇ ਸੀ, ਉਹਨੇ ਜਾਣ ਤੋਂ ਪਹਿਲਾਂ ਗੁਰਦੁਆਰੇ ਮੱਥਾ ਟੇਕ ਕੇ ਜਾਣਾ। ਜਾਣ ਤੋਂ ਪਹਿਲਾਂ 10 ਵਜੇ ਗੁਰਦੁਆਰੇ ਮੱਥਾ ਟੇਕ ਕੇ ਜਾਣਾ, ਫਿਰ ਜਾ ਕੇ ਸਾਰਾ ਦਿਨ ਉੱਥੇ ਟਰਾਂਸਪੋਰਟ ਅੱਡੇ ਤੇ ਬਹਿ ਕੇ, ਜਿੱਥੇ ਉਹਨਾਂ ਦੀ ਟਰੱਕਾਂ ਦੀ ਟਰਾਂਸਪੋਰਟ ਬਣੀ ਹੋਈ ਸੀ ਅੱਡਾ, ਸਾਰਾ ਦਿਨ ਤਾਸ਼ ਖੇਡਣੀ, ਸ਼ਾਮਾਂ ਨੂੰ ਸ਼ਰਾਬ ਵੀ ਪੀਣੀ। ਤਾਸ਼ ਵਾਲਿਆਂ ਕੋਲ, ਡਰਾਈਵਰਾਂ ਕੋਲ ਬਹਿ ਕੇ ਸਭ ਤੋਂ ਭੈੜੀ ਆਦਤ ਵੀ ਉਹਨੂੰ ਲੱਗ ਗਈ। ਉਹ ਕਹਿੰਦਾ ਮੈਨੂੰ ਛਪਾਉਣਾ ਪੈਂਦਾ ਸੀ, ਜਰਦਾ ਵੀ ਲਾਉਣ ਲੱਗ ਪਿਆ। ਉਹਨਾਂ ਵੱਲ ਵੇਖ ਕੇ ਕਹਿੰਦਾ ਮੈਂ ਲੱਗ ਗਿਆ। ਭਾਈ ਸਾਹਿਬ ਔਗਣ ਸਾਰੇ, ਪਰ ਇੱਕੋ ਹੀ ਗੁਰੂ ਨੇ ਕਿਰਪਾ ਕੀਤੀ ਸੀ ਕਿ 10 ਵਜੇ ਜਾਣ ਲੱਗਿਆ ਮੱਥਾ ਟੇਕ ਜਾਂਦਾ ਸੀ। ਇੱਕ ਦਿਨ ਗੁਰੂ ਨੇ ਨਦਰ ਕਿਰਪਾ ਕੀਤੀ, ਗੁਰਦੁਆਰਾ ਸਾਹਿਬ ਜਾਣ ਵਾਸਤੇ, ਤੇ ਉੱਥੋਂ ਹੀ ਸਿੱਧਾ ਟਰਾਂਸਪੋਰਟ ਤੇ ਜਾਣ ਲਈ ਕਹਿੰਦਾ ਮੈਂ ਪੱਗ ਬੰਨ੍ਹ ਰਿਹਾ ਸੀ ਘਰ। ਦੇਖੋ ਇਹ ਗੁਰੂ ਦੇ ਦਰਸ਼ਨਾਂ ਕਰਕੇ ਪੁਨੀਤ ਹੈ। ਜਦੋਂ ਮੱਥਾ ਟੇਕਦੇ ਹੋ ਕੋਈ ਨਾ ਕੋਈ ਤਾਂ ਅੰਦਰੋਂ ਅਰਦਾਸ ਨਿਕਲਦੀ ਹੈ। ਜੇ ਉਦੋਂ ਸੁਰਤ ਜੁੜ ਗਈ ਕਿਤੇ ਰੱਬ ਵੱਲ ਦੇ ਪਾਸੇ, ਉਹ ਤੁਸੀਂ ਪੁਨੀਤ ਹੋਣ ਲੱਗ ਜਾਓਗੇ। ਉਹ ਕਹਿੰਦਾ ਭਾਈ ਸਾਹਿਬ ਦਸਤਾਰ ਸਜਾਉਂਦੇ ਆ ਘਰ ਵਿੱਚ, ਅਜੇ ਮੈਂ ਪੱਗ ਬੰਨ੍ਹਦਾ ਸੀ, ਜਾਣਾ ਸੀ, ਇੰਨੇ ਨੂੰ ਟੈਲੀਵਿਜ਼ਨ ਵਿੱਚ ਕਥਾ ਘਰ ਵਾਲੀ ਨੇ ਮਸਕੀਨ ਸਾਹਿਬ ਦੀ ਲਾਤੀ। ਉਦੋਂ ਮਸਕੀਨ ਸਾਹਿਬ ਸਰੀਰ ਵਿੱਚ ਸੀ। ਉਹ ਕਹਿੰਦਾ ਜਦੋਂ ਕਥਾ ਲਾਤੀ ਤਾਂ ਉਹ ਕਥਾ ਮੇਰੇ ਕੰਨਾਂ 'ਚ ਪੈ ਰਹੀ ਹੈ, ਪੱਗ ਮੈਂ ਬੰਨ੍ਹ ਰਿਹਾ, ਦਸਤਾਰ ਸਜਾਉਂਦੇ ਆ ਟੈਲੀਵਿਜ਼ਨ 'ਚੋਂ ਕੰਨਾਂ ਵਿੱਚ ਕਥਾ ਪਈ, ਇਹ ਆਵਾਜ਼ ਕੰਨਾਂ ਵਿੱਚ ਪਈ। ਕਹਿੰਦੇ ਭਲਿਆ ਜਿੰਨੇ ਮਰਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੀ ਚੱਲ, ਬਾਣੀ ਪੜ੍ਹੀ ਚੱਲ, ਜਪ ਤਪ ਕਰੀ ਚੱਲ, ਤੀਰਥ ਕਰੀ ਚੱਲ, ਜੋ ਤੂੰ ਕਰ ਨੇਮ ਕਿ ਤੂੰ ਕਹਿੰਦਾ ਮੈਂ ਰੋਜ਼ ਮੱਥਾ ਟੇਕ ਕੇ ਜਾਣਾ, ਮੈਂ ਰੋਜ਼ ਜਪਜੀ ਸਾਹਿਬ ਪੜ੍ਹਨਾ, ਮੈਂ ਰੋਜ਼ ਤੇਰੇ ਕੀਤੇ ਹੋਏ ਨੇਮ ਸਭ ਵਿਅਰਥ। ਜਿੱਦਣ ਤੂੰ ਸ਼ਰਾਬ ਪੀ ਲੈਣਾ, ਤੇਰੇ ਕੀਤੇ ਹੋਏ ਨੇਮ ਵਿਅਰਥ। ਜਿੱਦਣ ਤੂੰ ਭੰਗ ਖਾ,
ਕਹਿੰਦੇ ਮਸਕੀਨ ਸਾਹਿਬ ਨੇ ਜੋ ਐਂ ਲੱਗਾ ਜਿਵੇਂ ਮੈਨੂੰ ਕਹਿ ਰਹੇ ਹੋਣ ਜਦੋਂ ਉਹਨਾਂ ਸ਼ਬਦ ਪੜਿਆ, ਕਬੀਰ ਭੰਗ ਮਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ तीर्थ वर्त नेम किए ते सबे रसा तल जाए। कहना जदों आ मैं सुनिया ना, वो मेरे अंदर ही कथा चलती रही। तो मैं जदों गुरुद्वारे मत्था टेकन गया तो कहना गुरु ग्रंथ साहब महाराज जी नूं एक सेवादार ही सी प्रशाद ते बैठा, उदों 10 बजे होर कोई हुंदा नहीं सी। तो कहना कुदरती ना सेवादार भी उठ के किते काम बाहर चला गया। मैं ते कल्ले धन गुरु ग्रंथ साहब महाराज रह गए। मत्था टेकन लगे कथा मेरे ध्यान विच सी। कहना मैं अखां भर के रो के कहा गुरु ग्रंथ साहब महाराज नूं, महाराज ना ताश खेडनी छुटदी है, ना शराब छुटदी है, ना आ झूठ लगी जगत तमाकू झूठ छुटदी है, महाराज तुसी छड़ा दिओ, किरपा करो। कहना अखां भर के मैं रोया, महाराज किरपा करो। कहना उस दिन भाई साहब चला गया, उदण गुरु ने मौका ही नहीं बनन दिता। मैं ताश वालियां कोल बैठिया ही नहीं। मेरे एक ट्रक का कोई किसी पासे वो प्रॉब्लम आ गई, ड्राइवर ने फोन करता, उधर जाना पिया। ताश भी खुंज गई, जरदा लाउणा भी भुल गया, शामां नूं शराब पीनी भी भुल गई। पहला दिन सी जिदण मैं बिना शराब बिना जरदे तो अपने घर में तमाकू बिना खाद्या गया। उस दिन तो बाद कहना भाई साहब अज आउंदा 9-10 महीने अभ्यास पक्का गुरु ने बनाता। हुण खंडे वाटे की पौल बख्श दी। कहना मेरे गलों झूठ लाती, कोई अरदास नहीं। तो साध संगत तो पता किवें लै गई। रोज़ गुरु के दर्शन हो रहे सी। एक दिन गुरु ने पुनीत कर दिता। साहब ने बचन कहे सफल दर्शन पढ़ो पेखत पुनीत परसत चरण गत निर्मल रीत। भाई सिखा तेरी रीत निर्मल हो जानी, मैल तो रहत गुरु ने कर देनी। श्री हरकृष्ण ते आई है जिस डिठे सब दुख जाए परसत चरण गत निर्मल रीत। श्री हरकृष्ण ते आई है दा अर्थ जे तुसी धन गुरु हरकृष्ण साहब कहो वो भी ठीक है, ते जे तुसी वाहिगुरु कहो वो भी ठीक है, जे तुसी धन गुरु ग्रंथ साहब कहो वो भी ठीक है। मैं तो कई बार कहना ना जिथे साध संगत गुरु जोत ने शरीर विच रहे उत्थे जाके तुहानूं वही नाम चेते आउंदा। दरबार साहब जाओगे हर सिख की रसना तो आपे ही निकलदा धन गुरु रामदास जी। मैं वेख्या बंगला साहब संगत मत्था टेकदी दिल्ली, हर सिख कहंदा नमस्कार करन लग्या धन गुरु हरकृष्ण साहब जी। उत्थों 1 मील अद्धा मील भी नहीं, सिर्फ ते सिर्फ 400 साध संगत मीटर उत्ते है गुरुद्वारा, अद्धा मील भी नहीं है। वो गुरुद्वारे का नाम है गुरुद्वारा रकाबगंज साहब। जदों तुसी रकाबगंज साहब मत्था टेको उत्थे मैं कोई सिख गुरु हरकृष्ण साहब कहंदा नहीं सुनिया। मत्था टेकन लग्या हर सिख की रसना तो निकलदा धन गुरु तेग बहादुर साहब। क्यों भाई जोत कोई है, जिहड़े जगह उत्ते शरीर में जोत रही वो शरीर का नाम भी धन। इसलिए साध संगत श्री हरकृष्ण ते आई है जिस डिठे सब दुख जाए। वाहिगुरु कहंदे भी दुख दूर हुंदे। साहब ने बचन कहा सफल दर्शन पेखद पुनीत परसत चरण गत निर्मल रीत भेटत संग राम गुण रवे पार ब्रह्म की दरगाह गवे। भाई तेरी पहुंच सिखा दरगाह तक हो जानी। गवे दा अर्थ दरगाह तक पहुंच। पार ब्रह्म की दरगाह गवे सुन कर बचन करने आकाने मन संतोख आत्म पतियाने। शरीर दा रस मन दा रस ते हुण इत्थे की कहा आत्म पतियाने। आत्मा दा रस आत्मा पतीज गई। जदों आत्मा नूं रस आउण लग पिया बाकी रस सब थल्ले रह गए। ये रस छाड़े ओ रस पिया। जदों आ संसार दे ए दा अर्थ हुंदा थल्ले ओ दा अर्थ उच्चा। भाई ये थल्ले वाले रस रह गए, तन ते मन दे रस थल्ले। हुण की रज गया आत्म पतियाने। सुन कर वचन करन आकाने पढ़ो मन संतोख आत्म पतियान।
पूरा गुर अखियो जाका मंत्र, अमृत दृष्ट पिखे होए संत। गुरु ने अमृत दृष्टि पाई, वाहिगुरु मंत्र दिता भाई, उस मंत्र ने आम बंदे नूं पतत तो पुनीत करके संत बना दिता। एक बार सुरत जोड़ के सारे प्यार नाल कहो, श्री हर कृष्ण दयाईए, श्री हर कृष्ण दयाईए, श्री हर कृष्ण श्री हर कृष्ण। जिस डिठे सब दुख जाए, श्री हर कृष्ण दयाईए, श्री हर कृष्ण दयाईए। जिस डिठे सब दुख, श्री हर कृष्ण दयाईए, श्री हर। पंडित लाल चंद महाराज के सामने वो बंदा लिया के बिठाउंदा है जिहड़ा खल मूड़ भी है, भाव उन्होंने कोई दुनियावी अखर भी नहीं आता, तो उन्हें चुस्ती चलाकी करके कि 8वें पातशाह ने कह दिता गुरु हरकृष्ण साहब महाराज ने, जिन्हों तू लियावें लाल चंद वो तो अर्थ करा देने। जदों शंका ही दूर करने फिर पूरा करना चाहिए। पूरे गुरु का कम भी पूरा, पूरे का किया सब कुछ पूरा, घट वध किश नहीं पूरा। गुरु गुरु हरकृष्ण साहब महाराज पातशाह ने कहा घट वध की करना, पूरा करेंगे शंका दूर। जेड़ा बंदा तू लियावें वो तो अर्थ करावांगा। उन्हें भाई छज्जू झीवर नूं ले आंदा, ना उन्हें कदे अखर पढ़िया, ना उन्हें गीता के दर्शन किए, ना उन्होंने ये पता वे संस्कृत की हुंदी है। तो सब तो अगली गल कहिंदे इतिहास विच लिखिया है कि वह बंदा बोलदा ही नहीं सी, गुंगा सी। बिठा दिता गुरु के सामने। पातशाह ने कहा दसो पंडित जी किहड़े अर्थ कराने। जदों ने 18वें अध्याय का पहला श्लोक पढ़िया, जतो जतो रमणं तीर्थनं तत् सतगुरु गुरु हरकृष्ण साहब महाराज सुनते रहे। पातशाह ने फिर छटी रख के उहदे सर ते कहा, भाई छज्जू जी आ अर्थ करो पंडित जी की कहंदे। भाई छज्जू कुछ ना बोलिया। पंडित खुश हो रहा है, सिखां दे चेहरे उदास हो गए। 8वें पातशाह ने फिर कहा, भाई छज्जू जी अर्थ करो पंडित जी की कहते हैं। भाई छज्जू दी अखां विचों जल वह तुरया, अंदरों कह रहा होवे सच्चे पातशाह अर्थ की करा, मैनू बोलना ही नहीं आउंदा, मैं ते गले करके बोल ही नहीं सकता, मैं जन्म तो गुंगा है। पातशाह मैनू की पता, अखां भर के विराग विच रो पिया। जदों हंझू केर रहा है 8वें पातशाह ने अमृत दृष्टि पाई। एक बार पंडित लाल चंद नूं कहा दोहरा पढ़ो श्लोक। वो हंकार विच बड़ा उच्ची आवाज में श्लोक पढ़दा है। श्लोक गीता का वो संस्कृत विच लिखिया उन्हें उचारिया। 8वें पातशाह ने तीजी बार फिर कहा, कहने भाई छज्जू जी अर्थ करके सुनाओ इस श्लोक, अर्थ करो भाई छज्जू जी। तीजी वार कहण दी देर सी। अमृत दृष्ट पेखे हुए संत, जदों पूरे गुरु ने अमृत दृष्टि पाई, एकदम जिमें फुआरा फुटदा साध संगत पानी का, इतना जुबान फुट्टी उच्ची आवाज बोलिया, कहना सच्चे पातशाह अर्थ की कर, लोग तां शुद्ध पढ़े गलत पढ़दे। इन्नी गल कहण दी देर पंडित लाल चंद इंज होया जिमें धरती फट गई होवे। हथ जोड़ के उन्होंने आला दोला कुछ ना दसिया। 8वें पातशाह के चरणों ढह पिया, कहना सच्चे पातशाह अर्थां नूं छड्डो, पहला ये दसो ये बोलन किवें लग पिया। महाराज अर्थां नूं छड्डो, ये दसो ये बोलन किवें लग पिया। 8वें पातशाह ने प्यार नाल बचन कहे, पंडित जी ये ते निरंकार रब जाणदा, ये ते गुरु नानक जाणदे ने। पंडित जी हुण तुसी सुनो अर्थ। भाई छज्जू ने श्लोक उच्चारण किया, फिर अर्थ पढ़े। तो पंडित लाल चंद हथ जोड़ कहना, महाराज अपना सिख बना लो। बाला प्रीतम गुरु हरकृष्ण साहब महाराज ने कहा, तेरा धर्म बहुत चंगा है पंडित लाल चंद, असीं किसी का धर्म तब्दील करने वास्ते नहीं तुरे, तेरे धर्म में कोई डिफेक्ट नहीं। गायत्री का मंत्र पढ़, 2 धोतियां तिलक लाने चंगी गल है, गीता पढ़ने चंगी गल है, पर एको गल पंडित लाल चंद हंकार
ਤਾਂ ਵਿੱਚੋਂ ਨਿਰੰਕਾਰ ਮਿਲ ਜਾਏਗਾ। ਹੰਕਾਰ ਛੱਡ, ਤੈਨੂੰ ਰਾਮ ਕਹਿਣ ਵਿੱਚ ਨਿਰੰਕਾਰ ਮਿਲ ਜਾਏਗਾ। ਜਦੋਂ ਪਾਤਸ਼ਾਹ ਨੇ ਕਿਹਾ ਅਹੰਕਾਰ ਤਿਆਗ ਦੇ, ਰਹਿ ਹਿੰਦੂ, ਤੇ ਪੰਡਤ ਲਾਲ ਚੰਦ ਚਰਨੀ ਢਹਿ ਪਿਆ। ਉਸ ਇਲਾਕੇ ਵਿੱਚ ਪੰਜੋਖਰੇ ਦੇ ਸਾਧ ਸੰਗਤ ਪੰਡਤ ਲਾਲ ਚੰਦ ਕੋਲ ਜਿਹੜਾ ਵੀ ਆਉਂਦਾ ਸੀ ਉਹ ਕਹਿੰਦਾ ਜਾਓ ਉਹ ਧਰਤੀ ਤੇ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨ ਪਏ ਨੇ ਉੱਥੇ ਜਾ ਕੇ ਨਮਸਕਾਰ ਕਰੋ, ਜੋ ਮੰਗੋਗੇ ਉਹ ਮਿਲਦਾ। ਫਿਰ 8ਵੇਂ ਪਾਤਸ਼ਾਹ ਨੇ ਭਾਈ ਛੱਜੂ ਨੂੰ ਕਿਹਾ ਦੱਖਣ ਵਿੱਚ ਜਾ ਕੇ ਪ੍ਰਚਾਰ ਕਰੋ। ਇਤਿਹਾਸ ਕਹਿੰਦਾ ਉਹ ਆਪਣਾ ਪਰਿਵਾਰ ਲੈ ਗਿਆ। ਭਾਈ ਛੱਜੂ ਨੇ ਦੱਖਣ ਦਿਸ਼ਾ ਵਿੱਚ ਪ੍ਰਚਾਰ ਕੀਤਾ ਸਿੱਖੀ ਦਾ। ਜਦੋਂ ਪਾਤਸ਼ਾਹੀਆਂ ਦਾ ਸਮਾਂ ਬਦਲਿਆ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ 1699 ਈਸਵੀ ਦੀ ਵਿਸਾਖੀ ਨੂੰ। ਉਸੇ ਭਾਈ ਛੱਜੂ ਝੀਰ ਦਾ ਪੁੱਤਰਾ ਭਾਈ ਹਿੰਮਤ ਰਾਏ 3 ਨੰਬਰ ਤੇ ਆ ਕੇ 10ਵੇਂ ਪਿਤਾ ਨੂੰ ਆਪਣਾ ਸੀਸ ਭੇਂਟ ਕਰਦਾ। ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪੀੜ੍ਹੀਆਂ ਤੱਕ, ਕੁੱਲਾਂ ਤੱਕ ਭਾਈ ਛੱਜੂ ਨੂੰ ਸਿੱਖੀ ਬਖਸ਼ ਦਿੱਤੀ। ਅੱਜ ਤੁਸੀਂ ਗੁਰੂ ਦਾ ਪੁਰਬ ਮਨਾਉਣ ਲਈ ਬੈਠੇ ਹੋ। ਇੱਕ ਬੇਨਤੀ ਹੈ ਸਾਧ ਸੰਗਤ, ਆਪਾਂ ਦੁਨਿਆਵੀ ਤੌਰ ਤੇ ਬਹੁਤ ਚੀਜ਼ਾਂ ਮੰਗਦੇ ਹਾਂ, ਲੋੜ ਵੀ ਰਹਿੰਦੀ ਹੈ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਜੇ ਤੁਸੀਂ ਇਸ ਪੁਰਬ ਨੂੰ ਸਮਰਪਿਤ ਆਏ ਹੋ ਤਾਂ ਇੱਕੋ ਚੀਜ਼ ਮੰਗਿਓ, ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਭਾਈ ਛੱਜੂ ਦੀ ਤਰ੍ਹਾਂ ਸਿੱਖੀ ਪਾ ਦਿਓ। ਮਹਾਰਾਜ ਸਾਡੀਆਂ ਕੁੱਲ ਪੀੜ੍ਹੀਆਂ ਵਿੱਚ ਸਿੱਖੀ ਦੀ ਦਾਤ ਪਾ ਦਿਓ। ਜਿਹਨੂੰ ਸਿੱਖੀ ਮਿਲ ਗਈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹੜਾ ਸਿੱਖੀ ਤੋਂ ਦੂਰ, ਗੁਰੂ ਤੋਂ ਦੂਰ ਚਲਾ ਗਿਆ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਘਰਾਂ ਵਿੱਚ ਬਾਣੀ ਪੜ੍ਹੋ, ਗੁਰੂ ਦੀ ਬਾਣੀ ਨਾਲ ਜੁੜੋ, ਤੁਹਾਡੇ ਬੱਚੇ ਤੁਹਾਡੇ ਕਹਿਣੇ ਵਿੱਚ ਰਹਿਣਗੇ। ਸਭ ਤੋਂ ਕੋਸਟਲੀ ਪ੍ਰੋਪਰਟੀ ਤੁਹਾਡੀ ਆਪਣੀ ਔਲਾਦ ਹੈ। ਜੇ ਔਲਾਦ ਕਹਿਣੇ ਵਿੱਚ ਹੈ ਤਾਂ ਸਾਧ ਸੰਗਤ ਤੁਸੀਂ ਸਭ ਕੁਝ ਹੈ। ਜੇ ਔਲਾਦ ਕਹਿਣ ਤੋਂ ਬਾਹਰ ਹੋ ਜਾਏ ਫਿਰ ਸਾਧ ਸੰਗਤ ਕੁਝ ਵੀ ਪੱਲੇ ਨਹੀਂ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜ ਕੇ ਰੱਖੋ। ਮੇਰਾ ਵਿਸ਼ਵਾਸ ਹੈ, ਜਿੱਦਣ ਪ੍ਰਕਾਸ਼ ਪੁਰਬ ਸੀ ਮੈਂ ਦਿੱਲੀ ਤੋਂ ਵੀ ਕਿਹਾ, ਹਰ ਬੰਦਾ ਗਿਫਟ ਲੈ ਕੇ ਆਉਂਦਾ। ਇੱਥੇ ਤੁਹਾਡੇ ਸ਼ਹਿਰ 'ਚ ਵੀ ਭਾਵਨਾ ਬੜੀ, ਮੈਂ ਉੱਥੇ ਵੀ ਵੇਖਿਆ। ਉਦਣ ਸਾਧ ਸੰਗਤ ਤੇ ਗਿਫਟਾਂ ਦੇ ਢੇਰ ਲੱਗ ਗਏ। ਦੁਨਿਆਵੀ ਚੀਜ਼ਾਂ ਦੀ ਲੋੜ ਨਹੀਂ ਗੁਰੂ ਦੀ, ਪਰ ਸਾਧ ਸੰਗਤ ਤੇ ਭਾਵਨਾ ਹੁੰਦੀ ਹੈ। ਉਹ ਚੀਜ਼ਾਂ ਲੈ ਕੇ ਆਏ ਗੁਰੂ ਘਰ ਵਿੱਚ ਸੇਵਾ 'ਚ। ਪਰ ਜੇ ਉਹ ਚੜਾਉਣ ਵਾਲੇ ਦੇ ਅੰਦਰ ਆ ਭਾਵਨਾ ਬਣ ਜਾਏ, ਸਤਿਗੁਰੂ ਮੈਨੂੰ ਇਹਦੇ ਬਦਲੇ ਵਿੱਚ ਹੋਰ ਨਹੀਂ ਕੁਝ ਚਾਹੀਦਾ, ਮੇਰੀ ਕੁੱਲ ਪੀੜ੍ਹੀ ਪਰਿਵਾਰ ਬੱਚਿਆਂ ਨੂੰ ਸਿੱਖੀ ਬਖਸ਼ ਦਿਓ, ਤਾਂ ਸਾਧ ਸੰਗਤ ਭਾਵੇਂ ਕੈਨੇਡਾ ਅਮਰੀਕਾ ਭੇਜ ਦਿਓ, ਤੁਹਾਡੇ ਬੱਚੇ ਅਮੀਰ ਹੀ ਰਹਿਣਗੇ। ਨਹੀਂ ਤੇ ਜਿਸ ਤਰ੍ਹਾਂ ਦੇ ਹਾਲਾਤ ਨੇ, ਆ ਹੁਣ ਇੱਕ ਮਾਈ ਨੇ ਸਾਨੂੰ ਫੋਨ ਕੀਤਾ, ਉਹਦੀ ਬੱਚੀ ਕੈਨੇਡਾ ਚਲੀ ਗਈ। ਰਿਸ਼ਤੇਦਾਰੀ ਵਿੱਚੋਂ ਕਿਸੇ ਰਿਸ਼ਤੇਦਾਰ ਦੇ ਬੱਚੇ ਨਾਲ ਵਿਆਹ ਕਰਕੇ ਉਹਨੂੰ ਬਾਹਰ ਤੋਰਿਆ। ਉਹਨਾਂ ਕੋਲ ਪੈਸੇ ਨਹੀਂ ਸੀ, ਉਹਨਾਂ ਨੇ 16 ਲੱਖ ਲਾ ਦਿੱਤੇ। ਤੁਹਾਨੂੰ ਪਤਾ ਹੁਣ ਬੈਂਡ ਦਾ ਇਸ ਤਰੀਕੇ ਨਾਲ ਚੱਲਦਾ ਵੀ ਇੰਨੇ ਬੈਂਡ ਆਉਣ ਤੇ ਇੰਨੇ ਪੈਸੇ ਲੱਗਦੇ। ਉਹ ਚਲੇ ਗਏ ਤੇ ਸਾਧ ਸੰਗਤ ਤਾਂ 1 ਸਾਲ ਤਕਰੀਬਨ ਉਹ ਲੜਕੀ ਨੂੰ ਹੋ ਗਿਆ। ਪਿਛਲੇ ਲੋਕਡਾਊਨ ਵਿੱਚ ਉਹਨਾਂ ਭੇਜਿਆ। ਹੁਣ ਬੜੇ ਦੁੱਖ ਦੀ ਗੱਲ ਹੈ, ਉਹ ਲੜਕੇ ਵਾਲਿਆਂ ਨੂੰ ਫੋਨ ਕਰਨਾ ਜਿਨ੍ਹਾਂ ਨਾਲ ਵਿਆਹ ਕੀਤਾ ਉਹ ਤਾਂ ਦੂਰ ਦੀ ਗੱਲ ਹੈ। ਉਹ ਬੀਬੀ ਦੀ ਰਿਸ਼ਤੇਦਾਰੀ ਸੀ, ਉਹ ਰਿਸ਼ਤੇਦਾਰੀਆਂ ਟੁੱਟ ਗਈਆਂ। ਉੱਧਰੋਂ ਉਹ ਲੜਕੀ ਨੇ ਫੋਨ ਕਰਨੇ ਬੰਦ ਕਰਤੇ। ਤੇ ਜਦੋਂ ਉਹਦੀ ਮਾਂ ਨੇ ਕਿਹਾ ਬੇਟਾ ਮੇਰੀ ਰਿਸ਼ਤੇਦਾਰੀ ਵੀ ਖਰਾਬ ਹੋ ਗਈ, ਜੇ ਤੂੰ ਵਿਆਹ ਨਹੀਂ ਸੀ ਕਰਾਉਣ ਤੂੰ ਪਹਿਲਾਂ ਦੱਸ ਦਿੰਦੀ, ਚੱਲ ਉਹਨਾਂ ਦਾ ਲੜਕਾ ਹੀ ਬਾਹਰ ਕੱਢ ਦੇ, ਹੁਣ ਉਹਨੇ ਪੈਸੇ ਲਾਏ। ਤੇ ਸਾਧ ਸੰਗਤ ਉਹ ਲੜਕੀ ਨੇ ਕਿਹਾ ਆਪਣੀ ਮਾਂ ਨੂੰ, ਮੇਰੀ ਨੂੰ ਤੂੰ ਕੁਝ ਵੀ ਲੱਗਦੀ। ਉਸ ਦਿਨ ਤੋਂ ਮਾਂ ਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ। ਉਦੋਂ ਉਹ ਰੋ ਕੇ ਮਾਈ ਕਹਿੰਦੀ ਸੀ ਮੇਰਾ ਦਿਲ ਕਰਦਾ ਮੈਂ ਕੁਝ ਖਾ ਕੇ ਮਰ ਜਾ। ਮੈਂ ਰਿਸ਼ਤੇਦਾਰੀ ਵਿੱਚੋਂ ਵੀ ਗਈ, ਧੀ ਵੀ ਮੇਰੇ ਕੋਲੋਂ ਗਈ। ਸਾਧ ਸੰਗਤ ਇੱਦਾਂ ਦੇ ਕਲਯੁਗ ਦੇ ਅੰਦਰ ਬੱਚੇ ਆ, ਤੁਸੀਂ ਬੱਚਿਆਂ ਨੂੰ ਸੁੱਖ ਵਾਸਤੇ ਪੜ੍ਹਾਉਂਦੇ ਹੋ, ਭਲੇ ਵਾਸਤੇ ਵਿਦੇਸ਼ ਤੋਰਦੇ ਹੋ। ਉਹੀਓ ਬੱਚੇ ਬਾਅਦ 'ਚ ਫਿਰ ਤੁਹਾਡਾ ਲਹੂ ਚੂਸਦੇ ਨੇ, ਪਰ ਉਹਨਾਂ ਨਾਲ ਹੁੰਦਾ ਜਿਹਨੇ ਗੁਰੂ ਨਾਲ ਨਹੀਂ ਜੋੜਿਆ। ਜਿੱਥੇ ਮਰਜ਼ੀ ਭੇਜ ਦਿਓ, ਇਹ ਉਹਨਾਂ ਨੂੰ ਯਾਦ ਰਹਿਣਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਇਹ ਉਹਨਾਂ ਨੂੰ ਯਾਦ ਰਹਿਣਾ। ਭਾਈ ਲਿਖਾ ਦੇਣਾ ਪੈਂਦਾ, ਇਹ ਉਹਨਾਂ ਸਿੱਖਾਂ ਨੂੰ ਬੱਚਿਆਂ ਨੂੰ ਭੈ ਰਹਿੰਦਾ ਗੁਰੂ ਦਾ। ਤੇ ਸਾਧ ਸੰਗਤ ਜਿਹੜਾ ਗੁਰੂ ਨਾਲ ਜੁੜਿਆ ਨਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀਆਂ 4 ਲਾਵਾਂ ਦਾ ਡਰ ਰਹਿੰਦਾ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਤਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਵਿੱਚ ਸਾਖੀ ਮੰਨ ਕੇ ਵਿਆਹ ਕੀਤਾ। ਉਹ ਇਸ ਤਰ੍ਹਾਂ ਦੁਨੀਆ ਵਿੱਚ ਦੁਖੀ ਨਹੀਂ ਹੁੰਦੇ। ਇਸ ਲਈ ਨਿਤਾ ਪ੍ਰਤੀ ਤੁਸੀਂ ਪੜ੍ਹਦੇ ਰਹਿੰਦੇ ਹੋ, ਜੋ ਕੁਝ ਹੋ ਰਿਹਾ ਆਪਣੇ ਬੱਚਿਆਂ ਨੂੰ ਸਾਂਭ ਲਓ, ਇਹਨਾਂ ਨੂੰ ਬਾਣੀ ਨਾਲ ਜੋੜ ਦਿਓ। ਬਾਣੀ ਨਾਲ ਜੋੜਨਗੇ ਫਿਰ ਸਭ ਕੁਝ ਮਿਲਦਾ। ਗੁਰੂ ਦੇ ਪੁਰਬ ਉੱਤੇ ਆਉਂਦਾ। ਜੇ ਦੁਨਿਆਵੀ ਤੌਰ ਤੇ ਕਿਸੇ ਦੇ ਤੁਸੀਂ ਵੱਡੇ ਤੇ ਜਾਓ ਨਾ, ਗਿਫਟ ਲੈ ਕੇ ਜਾਂਦੇ ਹੋ, ਜਦੋਂ ਵਾਪਸ ਮੁੜਨ ਲੱਗਦਾ ਪਰਿਵਾਰ
खा पी के वाडे मना के केक खा के फिर तुहानू घर वाले की कहिंदे 2 मिनट रुक जाओ जी जरा, कादे वास्ते? कुछ ना कुछ मिठा लै जाओ, कुछ ना कुछ तुहानू भी स्वीट डिश देणगे, किसी बच्चे रिश्तेदार नूं कई तो पैसे भी दिंदे, भाई तुसी गिफ्ट लिआए हो असीं भी देना है। दुनियावी तौर पर कोई बाहरी गिफ्ट दवे ना दवे, मेरा विश्वास है सिखा तू जिदन गुरु का पुरब होवे किसी इशनान करके नितनेम तो इलावा एक जपजी साहब का गिफ्ट गुरु ले लेके आई, तू जपजी साहब का जाप करके आई होए जा जान लग्या गुरु भी तेनू वो देगा जो तू मंग लेगा। दुनिया के बंदे तो ऊँ देंदे ना विआह दे दईए, जेड़े गुरु कोल आपां बैठे इत्थे अनकंडीशनल मिलदा है। गुरु ने अनकंडीशनल कहा जो मंगे ठाकुर अपने ते सोई सोई देवे, नानक दास मुख ते जो बोले आऊआ सच। मैं उदन भी इत्थे कथा सुनाई तुहाडे, बीबी पटियाले रहिंदी है ते गिफ्ट वेख्यो गुरु रामदास महाराज का प्रकाश पुरब, वो मैं नंबर रखे हुए ने, हुण रखने पैंदे भाई। लोग पुछण लग जाते, कहते सच्ची गल है भाई साहब, ये सच्ची गल है, किते लिखिया इदां? वो बंदे है जिन्हां नाल होया। हुण नंबर रखने पैंदे, तुहानूं गुरु की वडियाई गुरु की महिमा सुणाउणी है, जिन्हों शक होवे उन्होंने नंबर भी दे दईदा। पर साध संगत गुरु ते भरोसा रखियो, ये गुरु के घर की वडियाई है, ये कोई गुरु की बाहरी तौर पर विखावा करामात नहीं, ये तुहाडी भावना ते डिपेंड है। कोई कहे मेरे नाल नहीं इदां होया, भाई तू उहदे वर्गी भावना पैदा कर, उहदे वर्गी भावना बने, अरदास कर। वो माई गुरु के पुरब ते गए, कहंदी भाई साहब 13 साल औलाद नहीं हुई साडे, झूठ नहीं बोलना, जिथे कहंदी किसी ने दस्सिया सी उत्थे गए, जिथे किसी ने मत्था टका सी टेकते रहे, दवाइयां खा खा के शरीर गल गया, डॉक्टरां ने टीके ला ला के दवाइयां दे दे के मेरे शरीर नूं होर कई रोग लग चले। कहंदी अखीर मैं घर वालियां नूं सहुरियां नूं घर वाले नूं कहता हुण नहीं मैं किते जाना, ना किते मत्था टेकना, ना किसी तो दवाई लैनी है। गुरु रामदास महाराज के दर ते कहंदी असीं दोवें जी चले गए, प्रकाश पुरब सी महाराज दा, 4-5 दिन रह के सेवा की, ते सच्चे पातशाह तो इशनान करके सेवा करके दुख भंजनी वेरथड़ा साहब को पाठ करना नेम बना लिया। इन्ने बजे 1:30 बजे इशनान, 2:30 बजे पाठ सुखमनी साहब का, फिर नितनेम, फिर दर्शन, 4-5 दिन फिर बर्तनों की सेवा, सारा दिन सेवा। कहंदी जिदन महाराज का प्रकाश पुरब सी ना, सारा दरबार साहब फुल्लां नाल सजिया होया सी। दर्शन करके दर्शनी ड्योढ़ी वाल असी जदों तुरे ते कहंदी मैं पल्ला अड्ड के अखां भर के मन भर आया, रो के कहा गुरु रामदास महाराज अज तुहाडा प्रकाश पुरब है, अज तुहाडे घरों कोई खाली नहीं जाना चाहिए, अगे भी कोई खाली नहीं जाता, मेरी सच्चे पातशाह झोली भर दिओ। कहने भाई साहब जी उदण मेरे नाल 2 घटनावां होईयां, जिथे बह के मैं सुखमनी साहब का पाठ किया ना, तो कोई सिंह आया बहुत उच्चा लंबा शरीर, उन्हें हथ पा के ना बेरी हिलाई, उपरों वेर तोड़ना चाहता होना। कहनी मैं नहीं उहदे वल वेख्या, मैं तो पाठ करदी सी, तो 3 पत्ते बेरी दे ना मेरी झोली च डिग पे। कहनी मैं हुण वो चुक के ना महाराज का प्रसाद समझ के छक लिया। तो जदों अंदर गए असीं दरबार साहब, मैं अरदास करदी महाराज झोली भर दिओ, महाराज तुहाडे घरों कोई भी नहीं खाली जाता पातशाह। कहनी जिहड़ी दर्शनी ड्योढ़ी च फुੱਲ गुलाब दे लगे ना, एक फुੱਲ गुलाब का पता नहीं कोई पंछी चिड़ी बैठी वो बहन ना किवें वो टुट गया। कहनी टुट के डिग्या, उहदियां पंखड़ियां खिलर गईयां, जिहड़े नाल नाल खड़े संगत बहुत भीड़ सी उन्हें भी चुक ले। कहनी मेरे पल्ले विच ना 3 मोहरे पंखड़ियां डिगियां, 3 पत्ते गुलाब के फुੱਲ चों। कहनी अंदर मत्था टेकदे मैं वो भी खा ले, तो एक मेरे मन च आया 3 पत्ते डिगे, 3 गुलाब दीयां पंखड़ियां डिगियां। महाराज ये तुहाडी वडियाई, कृपा बख्शिश करियो, असीं सेवा करके आ गए। कहनी भाई साहब जी 1.25 महीने बाद जिहड़ी गल 13 सालां च नहीं हुई, वो गुरु रामदास महाराज ने कृपा बख्शिश कर दी। जिहड़ी 13 सालां विच खेड़ नहीं बनी, वो 3 दिनां विच गुरु रामदास महाराज ने बना दी। 1.25 महीने बाद उन्होंने प्रैगनेंसी पॉजिटिव रिपोर्ट आई, तो फिर साध संगत 6 महीने बाद डॉक्टर ने कहा भी तुहाडे लई खतरा आ। सद के कहा काहदा जी? वो कहनी भी 1 जना बचूगा, जां तां 2-3 महीने पहलां तुसीं ऑपरेशन करा लो,
नहीं तो इस माई का डिलीवरी ते बच्चे बचन की संभावना नहीं। कहते असीं पुछया डॉक्टर साहब क्यों, उन्हें स्कैन मोहरे रख के कहा, कहना भाई साहब जी वो बंदे नूं सरदार जी नूं ते वो बीबी नूं, वो कहंदे तुहाडे गर्भ दे अंदर एक बच्चा नहीं है, 3 बच्चे पल रहे ने, ये मौत हो सकती है 3 बच्चों वेले। इसलिए पहला तुसीं ऐ हो सकता 3 चों भी असीं श्योर नहीं वे 3 सही रहणगे। कहनी असीं उस स्कैन लेके घर आ गए। फिर नित गुरु रामदास महाराज ने अरदास की, सच्चे पातशाह जे तू दिते तो बचाने भी तू ही, महाराज जे तू बख्शिश की बचाने भी तू। वो 3 पंखड़ियां 3 पत्ते उन्होंने याद आते रहे। गुरु रामदास महाराज का शुकराना करदी दई ते साध संगत वो कहनी भाई साहब असीं नहीं ऑपरेशन कराया, हाँ केयर जरूर रखी। पूरे 9 महीने होने ते 3 बच्चों की 2-2 मिनट ते डिलीवरी हुई और 3 बच्चे जिहड़े आ वो अज बिल्कुल सही सलामत आ, माई भी सही सलामत है। 5-5 साल के हो गए बच्चे, 3 ही बच्चे 5-5 साल के। सिखो अंदर भावना होनी चाहिए। गुरु का पुरब है, अरदास करो, भावना बने, सेवा करो। प्रबंधक कित्थों के ਵਧਾਈ के पात्र ने, इन्होंने सोहनी सेवा संभाली है। मैनू पता लगा इधरों रोड तो फ्रंट तो इन्होंने कोई दुकाना जगह खरीदी है तां जो सारिया संगतां दी अप्रोच जिहड़ी हो सके। वक्त पै के इस जगह उत्ते ये पार्किंग बनाउणगे, महाराज का दरबार उपर सुंदर बनेगा। पर वो साध संगत तुसीं सारिਆਂ ने रल मिल के बनाउणे, वध तो वध संगती रूप विच प्रबंधकां दा सहयोग करके इस स्थान ते वध तो वध सेवा करके स्थान नूं बनाउणे। तुहानूं बेनती है आओ गुरु हरकृष्ण साहिब महाराज जी नूं एक बार फिर प्यार नाल हिरदे तो चेते करिए, अरदास करिए। महाराज साडे हिरदे दे अंदर रस बख्शो, आत्म रस बख्शिश करो तां जो मन दे ते तन दे रस फिक्के पैण लग जाण। ये साडे वस दी गल नहीं है। किसी ज्ञान नाल, कथा नाल, पाठ नाल जे कोई दावा करे ना मेरे रस मिट गए जी मैं तो उपर पहुँच गया, कुछ भी नहीं हुंदा। करना है पाठ, सेवा करनी है, कथा सुननी, कीर्तन करना, पर सब तो श्रेष्ठ गल है अरदास करनी ना भुल्लिओ। गुरु नूं अरदास करके क्यों दाता आत्मा दा रस बख्शिश करो, फिर शरीर ते मन दे रस फिक्के पैण लग जाणगे। आत्म रस वास्ते करो अरदास, सारे मिल के प्यार नाल मंग करिए। मिल मेरे गोविंद, मिल मेरे गोविंद, अपना नाम दे हो। मिल मेरे गोविंद, मिल मेरे गोविंद, अपना नाम दे हो। मिल मेरे गोविंद, मेरे गोविंद, अपना वाहिगुरु। मिल मेरे गोविंद, मिल मेरे गोविंद, अपना नाम बिना त्रिग त्रिग असने हो। नाम बिना त्रिग त्रिग असने हो। नाम बिना त्रिग, नाम बिना त्रिग त्रिग असन। नाम बिना जेता ब्योहार। नाम बिना जेता ब्योहार। नाम बिना जेता ब्योहार। नाम बिना जेता जो मृतक मिथ्या शिंगार। मरे बंदे ते जिन्ने मर्जी भूमड़े ला दो, जिन्ने मर्जी महंगे कपड़े पा दो मरे नूं, शब्द तो बगैर आप मरे हुए कहिए महाराज नूं। नाम बिना जेता म्योहार। जो मृतक मिथ्या शिंगार। नाम बिना ता ब्योहार। जो मृतक मिथ्या शिंगार। मिल मेरे गोविंद, मिल मेरे गोविंद, अपना नाम दे हो।
ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਮਿਲ ਮੇਰੇ ਗੋਵਿੰਦ ਮਿਲ ਆਪਣਾ ਨਾਮ ਦੇਹੋ। ਸਤਿਗੁਰੂ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਵੇ। ਅਭਿਆਸ ਬਣਾਇਓ, ਜਦੋਂ ਤੁਹਾਡੀ ਸਵੇਰੇ ਨੀਂਦ ਤੋਂ ਜਾਗ ਖੁੱਲੇ ਨਾ, ਜਦੋਂ ਹੀ 5 7 10 20 ਵਾਰ ਕਹਿ ਦਿਆ ਕਰੋ, ਨਾਲ ਲੱਗਦਾ ਹੀ ਵਾਹਿਗੁਰੂ 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 ਵਾਹਿਗੁਰੂ। ਕਿਉਂ? ਬੈੱਡ ਤੋਂ ਉੱਠ ਕੇ ਫਿਰ ਹੋਰ ਕੰਮ ਨਹੀਂ ਸ਼ੁਰੂ ਹੋ ਜਾਂਦੇ, ਆਪਾਂ ਨੂੰ ਧਿਆਨ ਭੁੱਲ ਸਕਦਾ। ਉਦੋਂ ਭਾਈ ਉੱਠਦੇ ਹਾਂ ਸਾਰੇ, ਉਸੇ ਵਕਤ 5 10 20 ਮਿੰਟ ਫਿਰ ਤੁਸੀਂ ਉਹਦਾ ਇੱਕ ਨਜ਼ਾਰਾ ਵੇਖਿਓ। ਜਦੋਂ ਅਭਿਆਸ ਹੋ ਜਾਣਾ ਨਾ ਇੱਦਾਂ ਉੱਠਦਿਆਂ ਸਾਰੇ, ਤਾਂ ਜਦ ਤੱਕ ਤੁਸੀਂ ਇਸ਼ਨਾਨ ਕਰਨਾ ਬਰਸ਼ ਕਰਨਾ ਹੋਰ ਓਨੀ ਦੇਰ ਤੁਹਾਡੀ ਸੁਰਤ 'ਚ ਵਾਹਿਗੁਰੂ ਵਾਹਿਗੁਰੂ ਰਹਿਣਾ। ਸਤਿਗੁਰੂ ਕਿਰਪਾ ਕਰਨ। ਸਭ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ, ਉਹਨਾਂ ਦਾ ਧੰਨਵਾਦ ਹੈ ਇਸ ਸਥਾਨ 'ਤੇ ਸੇਵਾ ਕਰਦੇ। ਤੁਹਾਡਾ ਹੁਕਮ ਉਹਨਾਂ ਨੇ ਮੇਰੇ ਤੱਕ ਪਹੁੰਚਾਇਆ। ਸਾਰੀ ਸੰਗਤ ਦਾ ਧੰਨਵਾਦ। 10 ਵਜੇ ਤੱਕ ਅਸੀਂ 10:15 ਹੋ ਗਏ। ਵੈਸੇ ਸਾਧ ਸੰਗਤ ਸਮਾਂ ਵੱਧ ਲਾਉਣ ਲਈ ਨਾ ਮੈਂ ਬਦਨਾਮ ਹਾਂ, ਪਰ ਇਸ ਵਾਸਤੇ ਤੁਸੀਂ ਪਿਆਰ ਵਾਲੇ ਤੇ ਸਮਾਂ ਲੱਗ ਜਾਂਦਾ। ਸਾਰੀ ਸੰਗਤ ਦਾ ਧੰਨਵਾਦ। ਗੱਜ ਕੇ ਫਤਿਹ ਬੁਲਾਓ, ਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।